ਅੱਜ ਦਾ ਟੌਪਿਕ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕੰਪਿਊਟਰ ਐਵੋਲੂਸ਼ਨ। ਕੰਪਿਊਟਰ ਐਵੋਲੂਸ਼ਨ मतलब ਕੰਪਿਊਟਰ ਕਦੋਂ ਤੋਂ ਸਟਾਰਟ ਹੋਇਆ। ਕੰਪਿਊਟਰ ਇੱਕ ਇਦਾਂ ਦੀ ਡਿਵਾਈਸ ਹੈ ਜਿਹਦੇ ਬਿਨਾ ਅੱਜ ਦਾ ਕੋਈ ਵੀ ਕੰਮ ਨਹੀਂ ਚੱਲ ਸਕਦਾ। ठीक है, सो कंप्यूटर एवोल्यूशन जो है चार्ल्स बेबेज नाम का साइंटिस्ट थी, मैथमेटिशियन प्रोफेसर। उसने 19th सेंचुरी ਦੇ ਵਿੱਚ 19th सेंचुरी ਦੇ ਵਿੱਚ ਇੱਕ एनालिटिकल इंजन तैयार किया। एनालिटिकल इंजन एक सिंपल ਜਿਹਨੂੰ ਕਹਿ ਦੋ ਕਿ मॉडल ਉਹਨੇ ਬਣਾਇਆ। इस मॉडल ਦੇ ਵਿੱਚ ਉਹ ਕੋਈ ਵੀ ਆਟੋਮੈਟਿਕਲੀ ਸਿਸਟਮ ਨਹੀਂ ਸੀ, ਉਦੋਂ ਇਲੈਕਟ੍ਰਿਸਿਟੀ ਨਹੀਂ ਸੀ। ठीक है, उस टाइम ਤੇ ਉਹਨੇ ਇੱਕ ਸਿਰਫ मॉडल ਤਿਆਰ ਕੀਤਾ। ਇੱਕ ਜਿਹਨੂੰ ਕਹਿ ਸਕਦੇ ਹਾਂ ਜਦੋਂ ਅਸੀਂ ਘਰ ਬਣਾਉਣਾ ਹੋਏ ਨਾ ਤੇ ਸਭ ਤੋਂ ਪਹਿਲਾਂ ਅਸੀਂ ਉਹਦਾ ਨਕਸ਼ਾ ਤਿਆਰ ਕਰਦੇ ਹਾਂ, ਬਲੂ ਪ੍ਰਿੰਟ ਬਣਾਉਂਦੇ ਹਾਂ। ਤੇ ਘਰ ਬਣਾਉਣ ਤੋਂ ਪਹਿਲਾਂ मतलब ਕੰਪਿਊਟਰ ਬਣਾਉਣ ਤੋਂ ਪਹਿਲਾਂ ਜੋ ਅੱਜ ਕੰਪਿਊਟਰ ਚੱਲਦਾ ਪਿਆ, ਡਿਜੀਟਲ ਕੰਪਿਊਟਰ ਚੱਲਦਾ ਪਿਆ, ਆਟੋਮੈਟਿਕ ਕੰਪਿਊਟਰ। ठीक है, उस टाइम ਤੇ 19th सेंचुरी ਤੇ ਚਾਰਲਸ ਬੇਬੇਜ ਨੇ ਉਹਦਾ ਇੱਕ ਸਟਰਕਚਰ ਢਾਂਚਾ ਤਿਆਰ ਕੀਤਾ ਜੋ ਕਿ ਅੱਜ ਦੇ टाइम ਤੇ ਬਹੁਤ यूजफुल है। हर कंप्यूटर ਉਹਦੇ मॉडल ਤੇ ਤਿਆਰ ਹੋ ਰਿਹਾ। तो 19th सेंचुरी ਦੇ ਵਿੱਚ इंग्लिश मैथमेटिक्स प्रोफेसर चार्ल्स बेबेज जो कि ग्रैंडफादर ਰਿਹਾ ਸਾਡੇ कंप्यूटर युग ਦਾ। ਉਹਦੇ ਬਾਅਦ कंप्यूटर फंडामेंटल ਦੀ ਗੱਲ ਕਰੀਏ। कंप्यूटर फंडामेंटल ਦੇ ਵਿੱਚ कंप्यूटर जो है एक इलेक्ट्रॉनिक मशीन है जो कोई डाटा ਲੈਂਦੀ है, एक्सेप्ट करती है और स्टोर करती है उस डाटा ਨੂੰ। डाटा ਲੈਣ ਦੇ ਲਈ ਇਹਨੂੰ इनपुट डिवाइसेस ਚਾਹੀਦੀ ਹੈ ਜਿਵੇਂ ਕਿ ਮਾਊਸ ਹੋ ਗਿਆ, कीबोर्ड हो गया। और ਜਦੋਂ ਉਹ डाटा ਕੰਪਿਊਟਰ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਕੰਪਿਊਟਰ ਉਸ ਨੂੰ ਪ੍ਰੋਸੈਸ ਕਰਦਾ ਹੈ। ਜਿੱਦਾਂ ਦੀ ਸਾਡੀ ਇਨਫੋਰਮੇਸ਼ਨ ਹੋਏਗੀ ਉਹਨੂੰ ਪ੍ਰੋਸੈਸ ਕਰੇਗਾ ਤੇ ਡਾਟਾ ਨੂੰ ਸਟੋਰ ਕਰੇਗਾ, ਕਿਸੇ ਡਿਵਾਈਸ ਦੇ ਵਿੱਚ ਸਟੋਰ ਕਰਕੇ ਰੱਖੇਗਾ। ਤੇ ਪ੍ਰੋਸੈਸ ਕਰਨ ਤੋਂ ਬਾਅਦ ਜਿਹੜਾ ਰਿਜ਼ਲਟ ਮਿਲਦਾ ਉਹ ਰਿਜ਼ਲਟ ਜਿਹੜਾ ਇਨਫੋਰਮੇਸ਼ਨ ਦੀ ਫਾਰਮ 'ਚ ਹੁੰਦਾ। ठीक है, इनफॉर्मेशन की फॉर्म ਹੁੰਦਾ। ਅੱਗੇ ਮੈਂ ਗੱਲ ਕਰਾਂਗਾ ਕਿ ਇਨਫੋਰਮੇਸ਼ਨ ਕੀ ਹੁੰਦੀ ਹੈ, ਡਾਟਾ ਕੀ ਹੁੰਦਾ ਜਾਂ ਕੋਈ ਰਾ ਡਾਟਾ ਕੀ ਹੁੰਦਾ। ठीक है, so the computer is able to work because there are instructions in its memory directing it। ਜੋ ਵੀ instructions ਹੁੰਦੀਆਂ, ਜੋ ਵੀ directions ਹੁੰਦੀਆਂ ਉਹਦੇ ਤੇ ਹੀ ਕੰਪਿਊਟਰ ਕੰਮ ਕਰਦਾ, ਨਾ ਕਿ ਆਪਣੇ ਲੈਵਲ ਤੇ ਕੰਮ ਕਰਦਾ। ਕਹਿਣ ਦਾ ਮਤਲਬ ਕਿ ਸਾਡਾ ਜੋ ਕੰਪਿਊਟਰ ਹੈ ਉਸਦਾ IQ ਲੈਵਲ 0 ਹੈ, ਨਿਲ ਹੈ। IQ सिर्फ इंसान का। इंसान ने जो कमांड दे दी, जिद्दां दी इंस्ट्रक्शन फिट करती कंप्यूटर दे विच, उवें ही साडा कंप्यूटर जड़ा ऑपरेट करेगा। अपनी तरफ तो नहीं, अपनी तरफ तो उस केस दे विच करेगा जदों ऑटोमैटिक, जदों असीं उहनूं कमांड देती है फिर वो ऑटोमैटिक कोई सॉफ्टवेयर दे नाल उहनूं चलांदे आ। ठीक है, सो इनपुट की गल कीती, स्टोर की गल कीती ते इनफॉर्मेशन की गल। ਉਹਦੇ ਬਾਅਦ ਜਿੰਨੀਆਂ ਇਨਪੁਟ ਡਿਵਾਈਸਿਸ ਆ ਉਹ ਸਾਰੀਆਂ ਕੀਬੋਰਡ, ਮੋਨੀਟਰ, ਆਊਟਪੁੱਟ ਡਿਵਾਈਸ, ਮਾਊਸ, ਇਨਪੁਟ ਡਿਵਾਈਸ, ਇਹ ਸਾਰੀਆਂ ਜਿੰਨੀਆਂ ਡਿਵਾਈਸਿਸ ਆ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ ਜਾਂ ਟੱਚ ਕਰ ਸਕਦੇ ਹਾਂ, ਇਹ ਸਾਰੀਆਂ ਹਾਰਡਵੇਅਰ ਡਿਵਾਈਸ ਆ। ਔਰ ਦੂਸਰੇ ਪਾਸੇ ਸੌਫਟਵੇਅਰ ਦੀ ਗੱਲ ਕਰੀਏ ਤਾਂ ਇੰਸਟਰਕਸ਼ਨ ਜਿਹੜੀਆਂ ਕੰਪਿਊਟਰ ਨੂੰ ਚਲਾ ਰਹੀਆਂ, ਜਿਹੜੀ ਪ੍ਰੋਗਰਾਮਿੰਗ ਕੀਤੀ ਆਪਾਂ ਕਿਸੇ ਲੈਂਗੁਏਜ ਦੇ ਵਿੱਚ, ਉਹ ਪ੍ਰੋਗਰਾਮਿੰਗ ਜਿਹੜੀ ਹੈ ਉਹ ਸੌਫਟਵੇਅਰ ਦਾ ਰੂਪ ਲੈਂਦੀ ਹੈ ਜਿਹਦੇ ਬਿਨਾ ਕੰਪਿਊਟਰ ਸਾਡਾ ਵਰਕ ਨਹੀਂ ਕਰ ਸਕਦਾ। ਠੀਕ ਹੈ, ਸੋ ਸੌਫਟਵੇਅਰ ਨੂੰ ਅਸੀਂ ਟੱਚ ਨਹੀਂ ਕਰ ਸਕਦੇ, ਉਹਨੂੰ ਅਸੀਂ ਦੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਲੌਜਿਕ ਹੈ ਉਹ ਪ੍ਰੋਸੈਸਿੰਗ ਕਰ ਸਕਦੇ ਹਾਂ ਉਸਦੀ। ਠੀਕ ਹੈ, ਸੋ ਹਾਰਡਵੇਅਰ ਤੇ ਸੌਫਟਵੇਅਰ ਵੀ ਧਿਆਨ ਵਿੱਚ ਰੱਖਣਾ ਪੈਣਾ ਕੰਪਿਊਟਰ ਫੰਡਾਮੈਂਟਲ ਵਿੱਚ। ਉਹਦੇ ਬਾਅਦ ਨੈਕਸਟ ਮੈਂ ਡਾਟਾ ਦੀ ਗੱਲ ਕਰਦਾ ਪਿਆ ਸੀ। ਡਾਟਾ ਦੇ ਵਿੱਚ ਰਾ ਡਾਟਾ। ਰਾ ਡਾਟਾ ਕੀ ਹੈ? ਜਿੱਦਾਂ 1 2 3, ਜਿੱਦਾਂ ਕੋਈ ਫੋਟੋ ਹੋ ਗਈ, ਠੀਕ ਹੈ, ਜਾਂ ਕੋਈ ਸਾਊਂਡ ਹੋ ਗਈ ਜਾਂ ਕੋਈ वर्ड हो गया, इंडिविजुअल हो गया, वो रा डाटा है ਜਦੋਂ ਤੱਕ ਉਹਦਾ ਕੋਈ यूजफुल मीनिंग नहीं है। ठीक है, सो कंप्यूटर ਨੂੰ ਅਸੀਂ ਜੋ ਵੀ ਦਿੰਦੇ ਆ, ਇਨਪੁਟ ਦਿੰਦੇ ਆ, ਉਹ ਇੱਕ ਰਾ ਡਾਟਾ ਦੇ ਰੂਪ ਵਿੱਚ ਹੁੰਦੀ ਹੈ। ਠੀਕ ਹੈ, ਜਦੋਂ ਉਹ ਇਨਪੁਟ, ਠੀਕ ਹੈ, ਉਹ ਡਾਟਾ ਜਿਹੜਾ ਹੈ ਉਹ ਕੰਪਿਊਟਰ ਦੇ ਵਿੱਚ ਐਂਟਰ ਹੁੰਦਾ ਹੈ ਤੇ ਪ੍ਰੋਸੈਸ ਹੁੰਦਾ। ਠੀਕ ਹੈ, ਜਦੋਂ ਪ੍ਰੋਸੈਸ ਹੁੰਦਾ ਤੇ ਉਹਦੇ ਤੇ ਕੋਈ ਨਾ ਕੋਈ ਆਪਰੇਸ਼ਨ ਲਾਗੂ ਹੁੰਦਾ। ਆਪਰੇਸ਼ਨ ਲਾਗੂ ਹੋਣ ਤੋਂ ਬਾਅਦ ਸਾਨੂੰ ਆਊਟਪੁੱਟ ਮਿਲਦੀ ਹੈ। जो आउटपुट सानू मिलती है वो असी कह सकते हैं, ਉਹਨੂੰ ਕਹਿੰਦੇ ਆਪਾਂ information। that means that data which can be useful for us, which can be useful and ਜਿਹਨੂੰ ਅਸੀਂ real world ਦੇ ਵਿੱਚ यूज ਕਰਦੇ ਹਾਂ। for example ਜਿੱਦਾਂ 2+2 ਇਹ डाटा है, 2 भी डाटा है प्लस एक ऑपरेशन है, ऑपरेटर ਜਿਹਨੂੰ ਕਹਿੰਦੇ ਆਪਾਂ, ਤੇ ਦੂਸਰਾ 2 भी ਕੀ ਹੈ, ਇੱਕ डाटा है। ठीक है,
फिर इसका जो रिजल्ट आया 4, 2 + 2 4, दैट मीन्स 4 इज ए रिजल्ट एंड इट इज ए इंफॉर्मेशन। ਉਹਦੇ ਬਾਅਦ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਜਿਹੜਾ ਉਹਨੂੰ ਅਸੀਂ ਤਿੰਨ ਕੈਟਾਗਰੀ ਦੇ ਵਿੱਚ ਵੰਡਿਆ ਹੋਇਆ। ਤਿੰਨ ਤਰ੍ਹਾਂ ਦੇ ਕੰਪਿਊਟਰ ਹੁੰਦੇ ਆ। ਸਭ ਤੋਂ ਪਹਿਲਾ ਸੁਪਰ ਕੰਪਿਊਟਰ, ਮੇਨ ਫਰੇਮ ਕੰਪਿਊਟਰ ਦੂਸਰਾ, ਤੀਸਰਾ ਪਰਸਨਲ ਕੰਪਿਊਟਰ। ਸੁਪਰ ਕੰਪਿਊਟਰ ਸਭ ਤੋਂ ਫਾਸਟ, ਲਾਰਜੈਸਟ, ਮੋਸਟ ਪਾਵਰਫੁਲ, ਸਭ ਤੋਂ ਜ਼ਿਆਦਾ ਪਾਵਰਫੁਲ, ਮਤਲਬ ਕਹਿੰਦਾ ਕਿ ਇਹ ਵੱਡੇ ਵੱਡੇ ਜਿੰਨੇ ਸਰਵਰ ਤੁਹਾਨੂੰ ਦਿਸਦੇ ਆ, ਗੂਗਲ ਦਾ ਸਰਵਰ ਜਾਂ ਸਾਇੰਟੀਫਿਕ ਪਰਪਸ, ਨਾਸਾ ਦੇ ਵਿੱਚ ਜਿੱਦਾਂ ਵੱਡੇ ਵੱਡੇ ਸਾਇੰਟੀਫਿਕ ਪਰਪਸ ਦੇ ਲਈ ਜਿਹੜੇ ਕੰਪਿਊਟਰ ਯੂਜ਼ ਹੁੰਦੇ ਆ, ਉਹ ਕੰਪਿਊਟਰ ਸੁਪਰ ਕੰਪਿਊਟਰ ਹੁੰਦੇ ਆ। ਠੀਕ ਹੈ, ਉਹ ਫਾਸਟੈਸਟ ਹੈ, ਲਾਰਜੈਸਟ ਹੈ ਤੇ ਮੋਸਟ ਪਾਵਰਫੁਲ ਹੈ ਤੇ ਮੋਸਟ ਐਕਸਪੈਂਸਿਵ ਹੈ, ਮਹਿੰਗੇ ਹੈ। ਦੂਸਰੀ ਗੱਲ ਕਰੀਏ ਮੇਨ ਫਰੇਮ ਕੰਪਿਊਟਰ। ਮੇਨ ਫਰੇਮ ਕੰਪਿਊਟਰ ਇੱਕ ਕਲੋਨ ਹੈ ਸੁਪਰ ਕੰਪਿਊਟਰ ਦੇ ਹੀ। ਉਹਦੇ ਵਿੱਚ ਕੁਝ ਚੀਜ਼ਾਂ ਚੇਂਜ ਕਰਤੀਆਂ ਜਿਸ ਕਰਕੇ ਥੋੜਾ ਜਿਹਾ ਸਮਾਲਰ ਹੋ ਗਿਆ, ਉਹ ਲਿਟਲ ਸਮਾਲਰ, ਲੈਸ ਪਾਵਰਫੁਲ than the supercomputer, but like the supercomputer it is also expensive, but फिर भी expensive है। सो इसਨੂੰ जो ऑर्गेनाइजेशन है, बड़े बड़े ऑर्गेनाइजेशन, गूगल, याहू वगैरह, ठीक है, साइट्स है, LIC ਦੀ ਸਾਈਟ ਹੋ ਗਈ, SBI स्टेट बैंक ऑफ इंडिया हो गया, ये मेन फ्रेम कंप्यूटर यूज करते हैं अपने सर्वर ਦੇ। ओके, सो ये दूसरे टाइप के कंप्यूटर। तीसरे टाइप के कंप्यूटर पर्सनल कंप्यूटर, पीसी। पीसी ਘਰਾਂ ਦੇ ਵਿੱਚ यूज करते हैं, ਦਫ਼ਤਰਾਂ ਦੇ ਵਿੱਚ यूज करते हैं, ਜਾਂ ਕਿਤੇ ਵੀ ਅਸੀਂ ਜਦੋਂ ਚਾਹੀਏ ਰੇਲਵੇ ਸਟੇਸ਼ਨ ਤੇ ਜਾਂਦੇ ਹਾਂ ਉੱਧਰ ਵੀ ਮੇਨ यूज ਹੋਣ ਵਾਲਾ ਕੰਪਿਊਟਰ ਜਿਹੜਾ ਪਰਸਨਲ ਕੰਪਿਊਟਰ ਹੈ। ਕਿਉਂ ਜ਼ਿਆਦਾ यूज ਹੁੰਦਾ? ਇੱਕ ਪਹਿਲੀ ਗੱਲ, ਇਹ ਕਾਸਟਲੀ ਨਹੀਂ ਹੈ, ਇਨਐਕਸਪੈਂਸਿਵ ਹੈ। ਠੀਕ ਹੈ, ਇਹਦੀ ਕਾਸਟ ਘੱਟ ਹੈ। ਦੂਸਰਾ ਇਸ ਦੇ ਵਿੱਚ ਈਜ਼ੀਲੀ ਅਸੀਂ ਕੰਮ ਕਰ ਸਕਦੇ ਹਾਂ। ਇਹਨੂੰ ਕੋਈ ਜ਼ਿਆਦਾ ਵੱਡੀ ਡਿਵਾਈਸਿਸ, ਹਾਰਡ ਡਿਸਕ ਵੱਡੀ ਨਹੀਂ ਚਾਹੀਦੀ। ਠੀਕ ਹੈ, ਇਹਦੇ ਵਿੱਚ ਇੰਟਰਨੈਟ ਜ਼ਿਆਦਾ ਹਾਈਫਾਈ ਨਹੀਂ ਚਾਹੀਦਾ, ਜ਼ਿਆਦਾ ਫਾਸਟ ਨਹੀਂ ਚਾਹੀਦਾ। ਇਸ ਕਰਕੇ ਇਹਨੂੰ ਘਰਾਂ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜਾਂ ਦਫ਼ਤਰ, ਕਿਤੇ ਵੀ ਜਿੱਧਰ ਸਾਨੂੰ ਜ਼ਰੂਰਤ ਹੈ। ਲੈਸ ਪਾਵਰਫੁਲ ਹੈ, ਮੱਚ ਸਮਾਲਰ ਹੈ, ਛੋਟਾ, ਇਹਦਾ ਸਾਈਜ਼ ਕਾਫੀ ਛੋਟਾ ਹੈ ਤੇ ਲੈਸ ਐਕਸਪੈਂਸਿਵ ਹੈ, ਸੁਪਰ ਕੰਪਿਊਟਰ ਤੇ ਮੇਨ ਫਰੇਮ ਕੰਪਿਊਟਰ। ਹੁਣ ਅਸੀਂ ਪੀਸੀ ਦੀ ਗੱਲ ਕਰੀਏ ਤੇ ਪੀਸੀ ਨੂੰ ਅਸੀਂ ਦੋ ਕੰਪਿਊਟਰ ਦੇ ਵਿੱਚ ਵੰਡਿਆ ਹੋਇਆ। ਇੱਕ ਮੈਕਿਨਟੋਸ਼, ਜਿਹੜੇ ਕਿ ਐਪਲ ਦੇ ਕੰਪਿਊਟਰ, ਐਪਲ ਨੇ ਜਿਹੜੇ ਪੀਸੀ ਬਣਾਏ ਆ ਉਹ ਮੈਕਿਨਟੋਸ਼ ਹੈ। ਠੀਕ ਹੈ, ਮੈਕਸ ਜਿਹਨੂੰ ਕਹਿੰਦੇ ਆ। ਦੂਸਰੇ ਪੀਸੀ ਹੈ, ਪੀਸੀ ਕੰਪੈਟੀਬਲ ਹੋ ਗਏ। ਬਾਕੀ ਅਦਰ ਕੰਪਨੀਆਂ ਜਿੱਦਾਂ ਇੰਟਲ ਹੋ ਗਈ, ਠੀਕ ਹੈ, AMD ਪ੍ਰੋਸੈਸਰਸ ਹੋ ਗਏ, ਇਹ ਸਾਰੇ ਜਿਹੜੇ ਆ ਪੀਸੀ ਕੰਪੈਟੀਬਲ ਹੈ। ਓਕੇ, ਇਹ ਟੂ ਟਾਈਪਸ ਹੋ ਗਈਆਂ। ਉਹਦੇ ਬਾਅਦ ਨੈਕਸਟ ਅਸੀਂ ਫਰਦਰ ਅਗਰ ਇਹਨੂੰ ਡਿਵਾਈਡ ਕਰੀਏ ਪੀਸੀ ਨੂੰ, ਤੇ ਦੋ ਟਾਈਪ ਦੇ ਵਿੱਚ ਡਿਵਾਈਡ ਹੁੰਦਾ। ਇੱਕ ਹੁੰਦਾ ਮੋਬਾਈਲ ਕੰਪਿਊਟਰ, ਦੂਸਰਾ ਹੁੰਦਾ हैंड हेल्ड कंप्यूटर। ठीक है, मोबाइल कंप्यूटर एंड हैंड हेल्ड कंप्यूटर। मोबाइल कंप्यूटर के नाम तो सानू पता जिहड़ा कि एक जगह तो दूसरी जगह पे आपां ईजिली कैरी कर सकीए, वो जिद्दां लैपटॉप हो गया, ठीक है, टैबलेट्स हो गए, ये सारे की आ गए तुहाडे मोबाइल कंप्यूटर। दूसरे हैंड हेल्ड डिवाइसिस, जिद्दां कि तुसी हैंड हेल्ड डिवाइस दे विच अपना मोबाइल हो गया, मोबाइल भी एक तरह का कंप्यूटर का काम कर रहा, पॉम टॉप हो गया। ठीक है, ये सारे की है लैपटॉप, ये सारे जोड़े है ये हैंड हेल्ड डिवाइसेस है। ठीक है, नैक्सट अपना इसकी फोटो तो क्लियर हो जाएगा तुहानू। हैंड हेल्ड डिवाइसेस पहली कैटेगरी है। दूसरी कैटेगरी देखो पीसीज है जोड़े आप यूज करते हैं। तीसरी कैटेगरी देखो मेन फ्रेम कंप्यूटर ते सुपर कंप्यूटर, जोड़े काफ़ी ਵੱਡੀਆਂ ਸੰਸਥਾਵਾਂ यूज करती हैं, साइंटिफिक परपस ਲਈ यूज ਹੁੰਦੇ ਆ, ਵੱਡੇ ਆਰਗੇਨਾਈਜੇਸ਼ਨ ਦੇ ਲਈ यूज ਹੁੰਦੇ ਆ। सुपर कंप्यूटर राइट साइड ਤੇ ਹੈ ब्लैक कलर वाले, मेन फ्रेम कंप्यूटर वाइट कलर ਤੇ ਹੈ लेफ्ट साइड वाले। ठीक है जी, नैक्सट गल करिए ਆਪਾਂ हिस्टरी ਦੀ। कंप्यूटर ਦੀ हिस्टरी ਦੀ ਗੱਲ ਕਰੀਏ ਤੇ ਸਭ ਤੋਂ ਪਹਿਲੇ ਨਾਮ ਆਉਂਦਾ ਅਵੇਕਸ ਦਾ। ਅਵੇਕਸ ਇੱਕ ਸਾਇੰਟਿਸਟ ਪ੍ਰੋਫੈਸਰ ਸੀ, ਮੈਥਮੈਟੀਸ਼ੀਅਨ, ਜਿਨੇ ਕਿ ਇੱਕ ਡਿਵਾਈਸ, ਕੈਲਕੂਲੇਟਿੰਗ ਡਿਵਾਈਸ ਬਣਾਈ, ਮਕੈਨੀਕਲ ਡਿਵਾਈਸ। ठीक है, ਜਿਹੜੀ ਕਿ ਸਿੰਪਲ ਅਰਥਮੈਟਿਕ ਕੈਲਕੂਲੇਸ਼ਨ ਦੇ ਲਈ ਯੂਜ਼ ਹੁੰਦੀ ਸੀ। ਰੋਮਨ ਅਵੇਕਸ ਵਾਸ ਡਿਵੈਲਪ, ਔਰ ਇਹਨੇ 2400 BC ਦੇ ਵਿੱਚ ਬਣਾਈ ਸੀ ਡਿਵਾਈਸ। ਠੀਕ ਹੈ, ਉਸ ਟਾਈਮ ਤੇ ਕੋਈ ਇਲੈਕਟ੍ਰਿਸਿਟੀ ਨਹੀਂ ਸੀ। ਠੀਕ ਹੈ, ਕੋਈ ਕੰਪਿਊਟਰ ਇਲੈਕਟ੍ਰੋਨਿਕਲੀ ਨਹੀਂ ਸੀਗਾ। ਉਸ ਟਾਈਮ ਤੇ ਸਿੰਪਲ ਮਸ਼ੀਨ ਕੰਮ ਕਰਦੀਆਂ ਸੀ। ਠੀਕ ਹੈ, ਔਰ ਮਸ਼ੀਨ ਦੇ ਵਿੱਚ ਈਜ਼ੀਲੀ ਅਰਥਮੈਟਿਕ ਕੈਲਕੂਲੇਸ਼ਨ ਦੇ ਲਈ ਜਿੱਦਾਂ ਪਲੱਸ ਮਾਈਨਸ ਮਲਟੀਪਲੀਕੇਸ਼ਨ, ਸਿੰਪਲ ਕੈਲਕੂਲੇਸ਼ਨ ਦੇ ਲਈ यूज ਹੁੰਦਾ ਸੀ। सो अबेकस ने
अदों एक सिंपल मशीन तैयार की कैलकुलेटिंग दे लई। ਉਹਦੇ बाद 1642 ਦੇ ਵਿੱਚ ਪਾਸਕਲ ਨੇ ਇੱਕ ਐਡਿੰਗ ਮਸ਼ੀਨ ਬਣਾਈ। ਪਾਸਕਲ ਨੇ 1642 ਦੇ ਵਿੱਚ ਐਡਿੰਗ ਮਸ਼ੀਨ ਬਣਾਈ। ਇਹ ਵੀ ਇਹਦਾ ਪਰਪਸ ਵੀ ਕੈਲਕੂਲੇਸ਼ਨ ਦੇ ਲਈ ਸੀਗਾ, ਐਡ ਕਰਨ ਲਈ, ਮਲਟੀਪਲੀਕੇਸ਼ਨ ਕਰਨ ਲਈ। ਇਹ ਵੀ ਇੱਕ ਮਕੈਨੀਕਲ ਡਿਵਾਈਸ ਸੀ, ਇਹਦੇ ਵਿੱਚ ਬਿਨਾਂ ਇਲੈਕਟ੍ਰਿਸਿਟੀ ਤੋਂ ਕੰਮ ਕਰਦੀ ਸੀ। ਮਕੈਨੀਕਲ ਤੋਂ ਭਾਵ ਇਹੀ ਹੈ ਕਿ ਜਿਹਨੂੰ ਅਸੀਂ ਹੱਥ ਨਾਲ ਚਲਾ ਸਕਦੇ ਹਾਂ, ਉਹਦੇ ਵਿੱਚ ਕੋਈ ਮਤਲਬ ਇਦਾਂ ਦੇ ਪੁਰਜੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪਰੇਟ ਕਰ ਸਕਦੇ ਹੋ ਬਿਨਾਂ ਇਲੈਕਟ੍ਰਿਸਿਟੀ ਦੇ, ਉਹਨਾਂ ਨੂੰ ਅਸੀਂ ਮਸ਼ੀਨਸ ਕਹਿ ਸਕਦੇ ਹਾਂ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ 1725 ਦੇ ਵਿੱਚ ਪੰਚ ਕਾਰਡ ਬਣੇ। ਪੰਚ ਕਾਰਡ ਇੱਕ ਇਦਾਂ ਦਾ ਪ੍ਰੈਕਟੀਕਲ ਸੀ ਜਿਹਦੇ ਵਿੱਚ ਕੋਈ ਡਾਟਾ ਅਸੀਂ ਸਟੋਰ ਕਰ ਸਕਦੇ ਹਾਂ। ਠੀਕ ਹੈ, ਪਰ ਇਹ ਉਸ ਟਾਈਮ ਤੇ ਜਿਹੜਾ ਪੰਚ ਕਾਰਡ ਹੁੰਦੇ ਸੀ, ਇਹ ਅੱਜ ਕੱਲ ਵਾਂਗ ਕੋਈ ਇਹ ਨਹੀਂ ਕਿ ਗਾਣੇ ਸਟੋਰ ਕਰ ਸਕਦੇ ਸੀ ਜਾਂ ਕੋਈ ਡਾਟਾ ਸਟੋਰ ਕਰ ਸਕਦੇ ਸੀ। ਇਹਦੇ ਵਿੱਚ ਸਿੰਪਲ ਆਈਟਮਸ ਪਾ ਸਕਦੇ ਸੀ, ਜਿੱਦਾਂ ਇੱਕ ਡੱਬਾ ਨਹੀਂ ਹੁੰਦਾ, ਜਿੱਦਾਂ ਡੱਬਾ ਹੈ, ਡੱਬੇ ਦੇ ਵਿੱਚ ਕੋਈ ਚੀਜ਼ਾਂ ਆਪਾਂ ਪਾ ਸਕਦੇ ਹਾਂ, ਉਦਾਂ ਅਸੀਂ ਪੁੱਟ ਆਊਟ ਕਰ ਸਕਦੇ ਸੀ ਇਹਦੇ ਵਿੱਚ। ਇਦਾਂ ਦੀ ਇੱਕ ਮਸ਼ੀਨ ਸੀ ਇੱਕ ਤਰ੍ਹਾਂ ਦੀ। ਠੀਕ ਹੈ, ਔਰ ओल्डेस्ट नोन फॉर्म ऑफ डाटा स्टोरेज, सब तो ज्यादा पुरानी जी डाटा स्टोरेज डिवाइस बनाने वाला सी बेजिल वॉचन। ठीक है, he used perforated paper to store pattern that were to be used on clothes। फिर कहता है कपड़े दे नाल भी बनाया जा सकता सी, कपड़े दे उत्ते मतलब होल्स वगैरह पा के डाटा तैयार, डाटा ਉਹਦੇ ਚ ਭਰਿਆ ਜਾਂਦਾ ਸੀ, ਜਿੱਦਾਂ ਇੱਕ ਲਿਖਣਾ ਉਹਦੇ ਤੇ ਦੋ ਲਿਖਣਾ। ठीक है, ਉਹਦੇ ਤੇ ਡਾਟਾ ਨੂੰ ਲਿਖਿਆ ਜਾਂਦਾ ਸੀ ਇੱਕ ਤਰ੍ਹਾਂ ਨਾਲ। ਠੀਕ ਹੈ, ਸੋ ਇਹ ਪੰਚ ਕਾਰਡ ਯੂਜ਼ ਹੁੰਦੇ ਸੀ ਉਸ ਟਾਈਮ ਤੇ। ਫਿਰ 1820 ਤੋਂ 1837 ਜਦੋਂ ਮੈਂ ਸਭ ਤੋਂ ਪਹਿਲਾਂ ਸਟਾਰਟ ਕੀਤਾ ਤਾਂ ਮੈਂ ਇਹੀ ਤੁਹਾਨੂੰ ਐਨਾਲਿਟੀਕਲ ਇੰਜਨ ਦੇ ਬਾਰੇ ਦੱਸਿਆ ਸੀ ਜੋ ਚਾਰਲਸ ਬੇਬਿਸ ਨੇ ਤਿਆਰ ਕੀਤਾ ਸੀ। ਔਰ ਇਹ ਡਿਜੀਟਲ ਕੰਪਿਊਟਰ ਦਾ ਇੱਕ ਮਿਨੀਏਚਰ ਸੀ, ਬਲੂਪ੍ਰਿੰਟ ਜਿਹਨੂੰ ਕਹੀਏ ਆਪਾਂ। ਠੀਕ ਹੈ, ਸੋ ਬਲੂਪ੍ਰਿੰਟ ਹੈ ਇੱਕ ਮਸ਼ੀਨ ਹੈ, ਦੇਖੋ ਇਹਦੇ ਵਿੱਚ ਆਈਟਮਸ ਲੱਗੀਆਂ ਹੋਈਆਂ, ਕਾਫੀ ਵੱਡਾ ਹੈ, ਇੱਕ ਮਾਡਲ ਹੈ ਜਿਹੜਾ ਕਿ ਚਾਰਲਸ ਬੇਬਿਸ ਨੇ ਉਸ ਟਾਈਮ ਤੇ ਬਣਾਇਆ ਸੀ 1820 ਤੋਂ 1837 ਦੇ ਵਿੱਚ। ਸੋ ਚਾਰਲਸ ਬੇਬਿਸ 1795 ਤੋਂ 1875 ਦੇ ਵਿੱਚ ਸੀਗਾ, ਜਿਹੜਾ ਕਿ ਕੰਪਿਊਟਰ ਦਾ ਪਾਇਨਰ मतलब ਇੱਕ ਆਗੂ ਜਿਹਨੇ ਕਿ ਕੰਪਿਊਟਰ ਦੀ ਹੋਂਦ ਤਿਆਰ ਕੀਤੀ। ਸਭ ਤੋਂ ਪਹਿਲੇ ਜੇ ਅਗਰ ਆਪਾਂ ਕੰਪਿਊਟਰ ਦੀ ਗੱਲ ਕਰੀਏ, ਆਟੋਮੈਟਿਕ ਕੰਪਿਊਟਰ ਅਸੀਂ ਅੱਜ ਚਲਾਉਂਦੇ ਪਏ ਹਾਂ, ਡਿਜੀਟਲ ਕੰਪਿਊਟਰ, ਤੇ ਚਾਰਲਸ ਬੇਬਿਸ ਦੀ ਦੇਣ ਹੈ। ਹੀ ਇਨਵੈਂਟਡ ਕੰਪਿਊਟਰ ਬਟ ਫੇਲਡ ਟੂ ਬਿਲਡ them। ਉਹਨੇ ਇਨਵੈਂਟ ਕੀਤਾ ਬਟ ਫੇਲਡ ਹੋ ਗਿਆ। ਬਣਨ ਤੋਂ ਫੇਲਡ ਕਿੱਦਾਂ ਹੋਇਆ ਕਿ ਉਸ ਟਾਈਮ ਤੇ ਇਲੈਕਟ੍ਰਿਸਿਟੀ ਨਹੀਂ ਸੀ, ਕਿਉਂਕਿ ਇਲੈਕਟ੍ਰਿਸਿਟੀ ਜਿਹੜੀ ਹੈ 1871 ਤੋਂ ਬਾਅਦ ਹੀ ਆਈ ਹੈ। ਇਸ ਕਰਕੇ ਉਹਨੇ ਇੱਕ ਮਾਡਲ ਤਿਆਰ ਕਰਕੇ ਛੱਡਤਾ, ਜਿਹਨੂੰ ਕਿ ਬਾਅਦ ਵਿੱਚ 2002 ਦੇ ਵਿੱਚ 153 ਸਾਲ ਉਹਦੀ ਡੈਥ ਤੋਂ 153 ਸਾਲ ਬਾਅਦ ਉਹਨੂੰ ਦੁਬਾਰਾ ਬਣਾਇਆ ਤੇ ਅੱਜ ਦਾ ਜੋ ਕੰਪਿਊਟਰ ਹੈ ਡਿਜੀਟਲ ਕੰਪਿਊਟਰ ਉਹ ਤਿਆਰ ਕੀਤਾ। ਠੀਕ ਹੈ, ਉਹਦਾ ਨਾਮ ਡਿਫਰੈਂਸ ਇੰਜਨ 2 ਪਾਇਆ ਗਿਆ। built faithfully to the original train consisting of 8000 parts। ਜਿਹੜਾ ਪਹਿਲਾ ਡਿਜ਼ਾਈਨ ਸੀ ਉਹਦੇ ਵਿੱਚ ਕਹਿੰਦਾ ਕਿ 8000 ਪਾਰਟਸ ਸੀ ਇਹਦੇ, ਔਰ ਇਹਦਾ ਵਜ਼ਨ ਕਾਫੀ ਬਲਕੀ ਸੀ, 5 टन। 5 टन मतलब 1 टन मतलब 1000 किलो, 1 टन मतलब 5000 किलो का वो कंप्यूटर सीगा ते 11 फीट लॉन्ग सी। ठीक है, उस टाइम का कंप्यूटर जरा सोचो कितना बड़ा कंप्यूटर होएगा जो चार्ल्स बेबेज ने एक मॉडल तैयार किया। नेक्स्ट हरमन हॉलरिथ साइंटिस्ट है, अमेरिकन बिजनेसमैन, इन्वेंटर एंड स्टैटिस्टिशियन who develop an electromechanical tabulating machine। ਹੁਣ ਆਪਾਂ 1860 ਤੋਂ ਬਾਅਦ ਇਲੈਕਟ੍ਰੋਮੈਕੈਨੀਕਲ ਦੇ ਵੱਲ ਚੱਲਦੇ ਹਾਂ। ਕਿਉਂ ਚੱਲਦੇ ਹਾਂ? ਕਿਉਂਕਿ ਇੱਥੇ ਹੁਣ ਇਲੈਕਟ੍ਰਿਸਿਟੀ ਬਣ ਗਈ ਸੀ, ਇਨਵੈਂਟ ਹੋ ਗਈ ਸੀ, ਜਿਹਦੇ ਨਾਲ ਕੀ ਹੋਇਆ ਕਿ ਹੁਣ ਮੈਕੈਨੀਕਲ ਡਿਵਾਈਸਿਸ ਉਹੀ ਰਹੀਆਂ, ਪਰ ਇਹਦੇ ਵਿੱਚ ਇਲੈਕਟ੍ਰਿਸਿਟੀ ਵੀ ਹੁਣ ਜੁੜ ਗਈ, ਜਿਹਦੇ ਨਾਲ ਹੁਣ ਜਿੰਨੀਆਂ ਡਿਵਾਈਸਿਸ ਅੱਗੇ ਆਉਣ ਲੱਗੀਆਂ ਉਹ ਸਾਰੀਆਂ ਇਲੈਕਟ੍ਰੋਮੈਕੈਨੀਕਲ ਬੇਸਡ ਆਈਆਂ। ਠੀਕ ਹੈ, ਜਾਂ ਇਲੈਕਟ੍ਰੋਮੈਗਨੈਟਿਕ ਬੇਸਡ ਵੀ ਆਈਆਂ, ਜਿਹਦੇ ਵਿੱਚ मैग्नेटिक फ्लक्स यूज होने लगे, चार्ज इलैक्ट्रिक फ्लक्स के नाल चार्ज पैदा होने लगा, जिहदे नाल इलैक्ट्रिसिटी पैदा की जाती। ठीक है, इहदे विच उहने जिहड़ी तैयार की है मशीन इलैक्ट्रोमैकेनिकल टैबूलेटिंग मशीन। ठीक है, ये पंच कार्ड नूं यूज करदी सी। जिहड़ा पहला पंच कार्ड असीं बनाया देखिया वो पंच कार्ड सिंपल मशीन सी, पर हुण की होया कि इलैक्ट्रोमैकेनिकल मशीन दे विच पंच कार्ड नूं यूज कीता एज ए स्टोरेजेबल डिवाइस।
डाटा ਨੂੰ स्टोर ਕਰਨ ਦੇ ਲਈ। सो ਹੁਣ ਇਨਫੋਰਮੇਸ਼ਨ ਨੂੰ आसानी नाल असी स्टोर कर सकते सी, अकाउंट कर सकते सी, चला सकते सी। His invention of the punch card tabulating machine patented in 1884, उन्हें अपने नाम ते उन्हें पेटेंट करा लिया 1884 ਦੇ ਵਿੱਚ इन्वेंट करके। ਹੁਣ पंच कार्ड ਨੂੰ ਅਸੀਂ टैबुलेटिंग मशीन ਚ ਪਾਤਾ जो कि इलैक्ट्रोमैकेनिकल मशीन सी। इलैक्ट्रिसिटी ਨੂੰ यूज करके ये मशीन पंच कार्ड ਦੇ ਵਿੱਚ डाटा ਨੂੰ सेव करती सी। सो ਇਹਦਾ फायदा यही होया कि उन्हें ज़्यादा तो ज़्यादा डाटा ਨੂੰ हमें स्टोर करना शुरू कर दिता। ठीक है, और ये रा डाटा या जो भी यूजफुल डाटा सी उन्हें स्टोर कर सकता सी यूजिंग इलैक्ट्रिसिटी। सो 1924 द कंपनी वाज रीनेम्ड। ਹੁਣ 1924 ਦੇ ਵਿੱਚ ਇਸੇ ਕੰਪਨੀ ਹਰਮਨ ਹੋਲਰਿਥ ਦੀ ਜਿਹੜੀ ਕੰਪਨੀ ਸੀ ਇਹਦਾ ਹੀ ਨਾਮ ਇਨਵੈਂਟ ਕਰਤਾ ਨਵਾਂ, ਜਿਹਨੂੰ ਕਿ ਅੱਜ ਵੀ ਕਾਫੀ ਵੱਡੀ ਕੰਪਨੀ ਦੇ ਵਿੱਚ ਅਸੀਂ ਜਾਣਦੇ ਹਾਂ, ਇੰਟਰਨੈਸ਼ਨਲ ਬਿਜ਼ਨਸ ਮਸ਼ੀਨ IBM। ठीक है, सो उस टाइम ਤੇ 20th ਸੈਂਚੁਰੀ ਦੇ ਵਿੱਚ ਇਹ ਕੰਪਨੀ ਕਾਫੀ ਲਾਰਜੈਸਟ ਲੈਵਲ ਤੇ ਕੰਮ ਕਰਦੀ ਸੀ ਕੰਪਿਊਟਰ ਦੇ ਵਾਸਤੇ। ठीक है, और सब तो ज्यादा सक्सेसफुल कंपनी सी उस टाइम पे IBM। ठीक है, इनने इलेक्ट्रोमैकेनिकल टैबुलेटिंग मशीन बनाई। नैक्सट ਅਸੀਂ ਗੱਲ ਕਰੀਏ जनरेशन तो, जनरेशन स्टार्ट करनी है ਆਪਾਂ जनरेशन 1 2 3 4 ਤੇ 5 ਪੰਜ ਜਨਰੇਸ਼ਨਸ ਕੰਪਿਊਟਰ ਦੀਆਂ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਉਹਦਾ ਅਸੀਂ ਰਿਵਿਊ ਪੜ੍ਹ ਲਈਏ ਜਨਰੇਸ਼ਨ 0 ਦਾ, ਜਦੋਂ ਜਨਰੇਸ਼ਨ 1 ਨਹੀਂ ਸੀ। ठीक है, जनरेशन तो पहला की होया, जो भी हिस्ट्री ਆਪਾਂ ਪੜ੍ਹੀ ਹੈ ਪਹਿਲਾਂ ਇਹਨੂੰ ਥੋੜਾ ਜਿਹਾ ਆਪਾਂ ਪੜ੍ਹ ਲੈਂਦੇ ਹਾਂ। ਜਨਰੇਸ਼ਨ 0 ਜਿਹੜੀ ਹੈ ਕੰਪਿਊਟਰ ਜਨਰੇਸ਼ਨ 1 ਤੋਂ ਪਹਿਲੇ ਹੋਲਰਿਥ ਦੀ ਹੁਣੇ ਆਪਾਂ ਗੱਲ ਕੀਤੀ, ਹੋਲਰਿਥ ਨੇ ਇਨਵੈਂਟ ਕੀਤੀ ਟੈਬੂਲੇਟਿੰਗ ਮਸ਼ੀਨ ਜੋ ਇਲੈਕਟ੍ਰੋਮੈਕੈਨੀਕਲ ਮਸ਼ੀਨ ਸੀ, डिजाइंड फॉर tabulating 1890 US census data similar to Jacquard Loom and Babbage analytical engine। it stored data on punch card, ਜਿਹਦੇ ਨਾਲ ਹੀ पंच कार्ड ਦੇ ਉੱਤੇ डाटा ਨੂੰ स्टोर ਕੀਤਾ। sort and tabulate मतलब डाटा ਨੂੰ sorting ਵੀ ਕਰ ਸਕਦੇ ਸੀ, ਜਿੱਦਾਂ sorting order ਦੇ ਵਿੱਚ डाटा ਨੂੰ ਪਾਣਾ ਆਪਾਂ 1 2 3 4 ਦੇ ਵਿੱਚ, ਜਾਂ ਮੰਨ ਲਓ ਕੋਈ cities ਦੇ ਨਾਮ ਦੇਣੇ ਆ। ठीक है, सिटीज के नाम अरेंजिंग ऑर्डर चान, इंक्रीमेंटेड ऑर्डर चान या डिक्रीमेंट ऑर्डर दे विच आन, तो ਇਹਦੇ ਵਿੱਚ ਆਪਾਂ ਪਾ ਸਕਦੇ ਸੀ, ਇਨ ਸੌਰਟਿੰਗ ਕਰ ਸਕਦੇ ਸੀ ਯੂਜ਼ਿੰਗ ਹੋਲਰਿਥ ਮਸ਼ੀਨ। ਸੈਂਸਸ ਡਾਟਾ ਵਾਸ ਟੈਬੂਲੇਟਡ ਇਨ 6 days। ਹੋਲਰਿਥ ਦੀ ਮਸ਼ੀਨ ਦੇ ਨਾਲ ਕੀ ਹੋਇਆ ਕਿ ਉਹਨੇ ਜੋ ਵੀ ਡਾਟਾ ਸੀ ਉਹ 6 ਹਫ਼ਤਿਆਂ ਦੇ ਵਿੱਚ ਸਾਰਾ ਡਾਟਾ ਨੇ ਸਟੋਰ ਕਰ ਲਿਆ। ਜਿਹੜੀਆਂ ਕਿ ਪਹਿਲੀਆਂ ਮਸ਼ੀਨਾਂ ਸੀ 1880 ਤੋਂ ਪਹਿਲਾਂ, ਉਹਨੇ 7 ਸਾਲ ਲਗਾਤੇ ਸੀ ਉਸ ਸੇਮ ਡਾਟਾ ਨੂੰ ਰਿਕਾਰਡ ਕਰਨ ਦੇ ਵਿੱਚ। ਸੋ ਸੋਚੋ 6 ਹਫ਼ਤਿਆਂ ਦੇ ਵਿੱਚ 7 ਸਾਲ ਦਾ ਡਾਟਾ ਸਾਰਾ ਉਹਨੇ ਰਿਕਾਰਡ ਕਰ ਲਿਆ ਯੂਜ਼ਿੰਗ ਟੈਬੂਲੇਟਿੰਗ ਮਸ਼ੀਨ। ਸੋ ਹੋਲਰਿਥ ਕੰਪਨੀ ਵੁੱਡ ਬਿਕਮ IBM। ਇਹ ਵੀ ਤੁਹਾਨੂੰ ਦੱਸਤਾ ਕਿ ਹੋਲਰਿਥ ਨੇ ਕੀ ਕੀਤਾ, ਆਪਣੀ ਕੰਪਨੀ ਦਾ ਨਾਮ ਜਿਹੜਾ IBM ਦੇ ਦਿੱਤਾ 1930 ਦੇ ਵਿੱਚ। ਸੋ ਉਹਦੇ ਬਾਅਦ ਸੈਵਰਲ ਇੰਜੀਨੀਅਰ ਇੰਡੀਪੈਂਡੈਂਟਲੀ ਬਿਲਡ ਕੰਪਿਊਟਰ। ਕਾਫੀ ਇੰਜੀਨੀਅਰਸ अलग-अलग अपने तौर पे सारे ने अपने कंप्यूटर बनाने शुरू किए इलैक्ट्रोमैग्नेटिक रिलेज के नाल। हुण रिले भी एक डिवाइस है जिहड़ी कि इलैक्ट्रिसिटी पैदा करने के लिए काम आती है। एंड इलैक्ट्रोमैग्नेटिक रिलेज फिजिकल स्विच, एक स्विच की तरह काम करता है जिहड़ा कि ऑन ते ऑफ हुंदा। जदों उहदे ते इलैक्ट्रिसिटी पैंदी है उहनूं ऑन या ऑफ कर सकते हैं, विच कैन बी ओपन क्लोज्ड बाय द इलैक्ट्रिक करंट। ठीक है, ਉਹਦੇ ਬਾਅਦ ਜੂਸ ਨਾਜ਼ੀ ਜਰਮਨੀ, ਇਹਨੇ ਆਪਣੀ ਇੱਕ ਮਸ਼ੀਨ ਬਣਾਈ ਜਿਹੜੀ ਕਿ ਵਰਲਡ ਵਾਰ 2 ਦੇ ਵਿੱਚ ਯੂਜ਼ ਹੋਈ, ਬਟ ਇਹ ਵਰਲਡ ਵਾਰ 2 ਦੇ ਵਿੱਚ ਉਹਦੀ ਮਸ਼ੀਨ ਡਿਸਟਰੋਏ ਹੋ ਗਈ, ਖਤਮ ਹੋ ਗਈ। ਐਟਮਸ ਆਫ ਲੋਵਾ ਸਟੇਟ, ਇਹਨੇ ਵੀ ਇੱਕ ਬਿਲਡ ਪਾਰਸ਼ਲ ਮਸ਼ੀਨ ਬਣਾਈ। ਫਿਰ ਬੈਲ ਸਟਿਬਿਟਸ ਨੇ ਇੱਕ ਮਸ਼ੀਨ ਬਣਾਈ ਮਾਰਕ 1 ਕੰਪਿਊਟਰ, ਜਿਹਨੂੰ ਨਾਮ ਦਿੱਤਾ ਉਹਨੇ ਮਾਰਕ 1 ਕੰਪਿਊਟਰ। ਇਹਦੇ ਵਿੱਚ ਜਿਹੜਾ प्रोसैसिंग टाइम सी बहुत ज़्यादा लगता सी। प्रोसैसिंग टाइम कहता कि 1/10 सैकेंड लग जाते सी कोई कैलकुलेशन नूं ऐड करन दे लई, और 6 सैकेंड लग जाते ही मल्टीप्लाई करन दे लई। ठीक है, सो बट ये 100 टाइम फास्टर सी जो भी प्रीवियस टैक्नोलॉजी दियां कंप्यूटर बनाए सी, जो कि डिजिटल कंप्यूटर नहीं सी, वो 100 टाइम्स स्लो सीगे मार्क 1 कंप्यूटर। ठीक है, हुण जिहड़े कंप्यूटर इस टाइम पे आए मार्क 1 जो कंप्यूटर बनया काफी फास्ट सी प्रीवियस टैक्नोलॉजी। सो जनरेशन 0 की गल
ਉਹਦੇ ਬਾਅਦ ਜਨਰੇਸ਼ਨ 1 ਕੰਪਿਊਟਰ 1940 ਤੋਂ ਲੈ ਕੇ 1956 ਦੇ ਵਿੱਚ ਯੂਜ਼ ਹੋਇਆ। ਇਹਦੇ ਵਿੱਚ ਆਪਾਂ ਵੈਕਿਊਮ ਟਿਊਬ ਯੂਜ਼ ਕੀਤੀ, ਨਾ ਕਿ ਪਹਿਲੇ ਆਪਾਂ ਯੂਜ਼ ਕਰਦੇ ਸੀ ਰਿਲੇ, ਠੀਕ ਹੈ, ਜੋ ਕਿ ਇੱਕ ਸਵਿਚ ਦਾ ਕੰਮ ਕਰਦਾ, ਜਿਹਦੇ ਵਿੱਚ ਔਨ ਆਫ ਸਵਿਚ ਹੁੰਦਾ ਜਦੋਂ ਅਸੀਂ ਇਲੈਕਟ੍ਰਿਸਿਟੀ ਪਾਸ ਕਰਦੇ ਹਾਂ, ਠੀਕ ਹੈ। ਬਟ ਹੁਣ ਰਿਲੇ ਦੀ ਜਗ੍ਹਾ ਤੇ ਵੈਕਿਊਮ ਟਿਊਬ ਯੂਜ਼ ਹੋਣ ਲੱਗਿਆ ਜਨਰੇਸ਼ਨ 1 ਦੇ ਵਿੱਚ 1940 ਤੋਂ 1956 ਦੇ ਵਿੱਚ। ਵੈਕਿਊਮ ਟਿਊਬ ਇਜ਼ ਏ ਲਾਈਟ ਬਲਬ, ਇੱਕ ਬਲਬ ਦੀ ਤਰ੍ਹਾਂ ਟਿਊਬ, ਜਿੱਦਾਂ ਕਿ ਬਲਬ ਦੇਖੋ ਕਿੰਨੀ ਹੀਟ ਪ੍ਰੋਡਿਊਸ ਕਰਦਾ ਹੈ, ਉਦਾਂ ਹੀ ਜਿਹੜਾ ਵੈਕਿਊਮ ਟਿਊਬ ਹੈ ਕਾਫੀ ਹੀਟ ਪ੍ਰੋਡਿਊਸ ਕਰਦੀ ਹੈ, ਠੀਕ ਹੈ, ਜਿਹਦੇ ਵਿੱਚ ਕੰਟੇਨਿੰਗ ਪਾਰਸ਼ਲ ਵੈਕਿਊਮ ਹੁੰਦਾ ਟੂ ਸਪੀਡ ਇਲੈਕਟ੍ਰੋਨ ਫਲੋ, ਜਿਹੜਾ ਕਿ ਇਲੈਕਟ੍ਰੋਨਸ ਨੂੰ ਫਲੋ ਕਰਵਾਉਂਦਾ ਹੈ, ਜਿਹਦੇ ਨਾਲ ਇਲੈਕਟ੍ਰਿਸਿਟੀ ਕਾਫੀ ਤੇਜ਼ੀ ਨਾਲ ਫਲੋ ਕਰਦੀ ਹੈ। ਵੈਕਿਊਮ ਟਿਊਬ ਕੁਡ ਕੰਟਰੋਲ ਦਾ ਫਲੋ ਆਫ ਇਲੈਕਟ੍ਰਿਸਿਟੀ ਫਾਸਟਰ ਦੈਨ ਰਿਲੇ, ਰਿਲੇ ਦੇ ਨਾਲੋਂ ਕਾਫੀ ਫਾਸਟ ਇਲੈਕਟ੍ਰਿਸਿਟੀ ਜਿਹੜੀ ਹੈ ਫਲੋ ਕਰਦੀ ਹੈ ਵੈਕਿਊਮ ਟਿਊਬ ਦੇ ਵਿੱਚ। ਦੇ ਹੈਡ ਨੋ ਮੂਵਿੰਗ ਪਾਰਟ, ਇਹਦੇ ਵਿੱਚ ਕੋਈ ਮੂਵਿੰਗ ਪਾਰਟ ਨਹੀਂ ਹੈ। ਇਨਵੈਂਟਡ ਇਨ 1906 1940 hybrid computer using vacuum tubes and relay were built, closes 1943। ਉਹਦੇ ਬਾਅਦ ਫਸਟ ਇਲੈਕਟ੍ਰੋਨਿਕ ਕੰਪਿਊਟਰ ਜਿਹੜਾ ਆਇਆ 1943 ਦੇ ਵਿੱਚ, ਉਹ ਬ੍ਰਿਟਿਸ਼ ਗਵਰਨਮੈਂਟ ਨੇ ਆਪਣੇ ਪਰਪਸ ਲਈ ਤਿਆਰ ਕੀਤਾ, ਯੂਜ਼ ਟੂ ਡਿਕੋਡ ਨਾਜ਼ੀ ਕਮਿਊਨੀਕੇਸ਼ਨ ਡਿਊਰਿੰਗ ਦਾ ਵਾਰ, ਉਹਨਾਂ ਨੇ ਆਪਣੇ ਪਰਪਸ ਲਈ ਯੂਜ਼ ਕੀਤਾ, ਜਿਹਦਾ ਫਸਟ ਇਲੈਕਟ੍ਰੋਨਿਕ ਡਿਵਾਈਸ ਕੋਲੋਸਿਸ। ਉਹਦੇ ਬਾਅਦ ਅਸੀਂ ਗੱਲ ਕਰੀਏ ਇੱਕ ਬੜੀ ਇੰਪੋਰਟੈਂਟ ਕਿ ENIAC ਕੰਪਿਊਟਰ, ਇਲੈਕਟ੍ਰੋਨਿਕ ਨੂਮੈਰੀਕਲ ਇੰਟੀਗ੍ਰੇਟਡ ਐਂਡ ਕੰਪਿਊਟਰ, 1946 ਦੇ ਵਿੱਚ ਇਹ ਕੰਪਿਊਟਰ ਪਹਿਲਾ ਕੰਪਿਊਟਰ ਆਇਆ ਜਿਹਨੂੰ ਅਸੀਂ ਪੂਰਾ ਡਿਜੀਟਲ ਕੰਪਿਊਟਰ ਕਹਿ ਸਕਦੇ ਹਾਂ। ਆਟੋਮੈਟਿਕ ਕੰਪਿਊਟਰ, ਇਲੈਕਟ੍ਰੋਨਿਕ ਕੰਪਿਊਟਰ ਤੇ ਡਿਜੀਟਲ ਕੰਪਿਊਟਰ ਆਇਆ, ਫਸਟ ਪਬਲਿਕਲੀ ਐਕਨੋਲੇਜਡ ਇਲੈਕਟ੍ਰੋਨਿਕ ਕੰਪਿਊਟਰ, ਠੀਕ ਹੈ, ਇਹ ਯਾਦ ਰੱਖੋ, ਇੰਪੋਰਟੈਂਟ ਹੈ। ਇਹਦੇ ਵਿੱਚ ਟੋਟਲੀ ਜਿਹੜਾ ਡਿਜੀਟਲੀ ਕੰਮ ਹੋਣ ਲੱਗ ਪਿਆ ਤੇ ਇਹ ਯੂਜ਼ਿੰਗ ਵੈਕਿਊਮ ਟਿਊਬ ਤੇ ਰਿਲੇ ਦੋਨਾਂ ਨੂੰ ਯੂਜ਼ ਕਰਕੇ ਬਣਾਇਆ ਗਿਆ, ਠੀਕ ਹੈ। ਇਹਦੇ ਵਿੱਚ ਵੈਕਿਊਮ ਟਿਊਬਸ ਵੀ ਯੂਜ਼ ਹੋਈਆਂ ਤੇ ਰਿਲੇ ਵੀ ਯੂਜ਼ ਹੋਈਆਂ। ਇਹਦੇ ਵਿੱਚ ਕੰਟੇਨਿੰਗ 18000 ਵੈਕਿਊਮ ਟਿਊਬ ਯੂਜ਼ ਹੋਈਆਂ, 1500 ਰਿਲੇ ਯੂਜ਼ ਹੋਏ, ਠੀਕ ਹੈ। ਔਰ ਇਹਦਾ weight ਜਿਹੜਾ 30 ਟਨ weight ਸੀਗਾ, ਜਿਹੜਾ ਕਿ 140 ਕਿਲੋਵਾਟ एनर्जी मतलब ਉਹਨੂੰ ਚਾਹੀਦੀ ਸੀ, ਇਲੈਕਟ੍ਰਿਸਿਟੀ ਚਾਹੀਦੀ ਸੀ ਚਲਾਉਣ ਦੇ ਲਈ, ਠੀਕ ਹੈ। ਸੋਚੋ ਇੱਕ ਪਾਵਰ ਸਟੇਸ਼ਨ ਚਾਹੀਦਾ ਹੈ ਇਹਨੂੰ ਚਲਾਉਣ ਦੇ ਲਈ, ਠੀਕ ਹੈ, ਕਿੰਨੀ ਜ਼ਿਆਦਾ એનર્ਜੀ ਕੰਜ਼ਿਊਮ ਕਰਦਾ ਸੀ, ਬਹੁਤ ਜ਼ਿਆਦਾ એનર્ਜੀ ਕੰਜ਼ਿਊਮ ਕਰਦਾ ਸੀ, ਠੀਕ ਹੈ। ਸੋ ਇਹਦੀਆਂ ਕਾਫੀ ਡਿਸਐਡਵਾਂਟੇਜ ਸੀ ਇਸ ਕੰਪਿਊਟਰ ਦੀਆਂ। ਇਸ ਜਨਰੇਸ਼ਨ ਦੇ ਵਿੱਚ ਇਹ ਬਹੁਤ ਹੀ ਬਲਕੀ ਜਨਰੇਸ਼ਨ ਸੀ। ਫਸਟ ਜਨਰੇਸ਼ਨ ਕੰਪਿਊਟਰ ਵੈਕਿਊਮ ਟਿਊਬ ਪਰ ਯੂਜ਼ਡ, देयर वर लिमिटेड स्टोरेज कैपेसिटी, ਇਹਦੀ ਜਿਹੜੀ ਕੈਪੈਸਿਟੀ ਸੀ ਕਾਫੀ ਲਿਮਿਟਡ ਸੀ, ਠੀਕ ਹੈ। ਸਿੰਪਲ ਕੈਲਕੂਲੇਸ਼ਨ ਕਰ ਸਕਦਾ ਸੀ, ਮਲਟੀਪਲੀਕੇਸ਼ਨ, ਠੀਕ ਹੈ, ਸਬਟ੍ਰੈਕਸ਼ਨ ਜਾਂ ਕੋਈ ਲੌਜੀਕਲ ਕੈਲਕੂਲੇਸ਼ਨ ਕਰ ਸਕਦਾ ਸੀ, ਲੌਜਿਕ ਗੇਟਸ ਤੇ ਐਂਡ ਗੇਟ ਔਰ ਗੇਟ ਉਹਨਾਂ ਦੇ ਆਪਰੇਸ਼ਨ ਪ੍ਰੋਡਿਊਸ ਕਰ ਸਕਦਾ ਸੀ। ਸੋ ਲਿਮਿਟਡ ਇਹਦੀਆਂ ਜਿਹੜੀਆਂ ਮੈਥਮੈਟਿਕਸ ਕੰਪਿਊਟੇਸ਼ਨ ਸੀ। There were limited storage capacity, these computers were having very low speed, ਇਹਦੀ ਜਿਹੜੀ ਸਪੀਡ ਸੀ ਕਾਫੀ ਘੱਟ ਸੀ, ਠੀਕ ਹੈ। ਇਹਦੇ ਵਿੱਚ ਤੁਹਾਨੂੰ ਦੱਸਿਆ ਸੀ ਮੈਂ 1/10 ਸੈਕਿੰਡ ਲੱਗ ਜਾਂਦੇ ਸੀ ਕੈਲਕੂਲੇਸ਼ਨ ਕਰਨ ਦੇ ਲਈ, 6 ਸੈਕਿੰਡ ਲੱਗ ਜਾਂਦੇ ਸੀ ਮਲਟੀਪਲੀਕੇਸ਼ਨ ਕਰਨ ਦੇ ਲਈ, ਠੀਕ ਹੈ। ਸੋ ਦਾ ਲੈਂਗੁਏਜ ਯੂਜ਼ ਫॉर ਸਿੰਬੋਲਿਕ, ਉਸ ਟਾਈਮ ਤੇ ਜਿਹੜੀਆਂ ਲੈਂਗੁਏਜ ਸੀਗੀਆਂ ਸਿੰਬੋਲਿਕ ਲੈਂਗੁਏਜ, ਜਿਹਨੂੰ ਕਹਿੰਦੇ ਆ ਮਸ਼ੀਨ ਲੈਵਲ ਲੈਂਗੁਏਜ, ਠੀਕ ਹੈ, 0 ਤੇ 1 ਦੀ ਲੈਂਗੁਏਜ ਸਿਰਫ ਉਹੀ ਸਮਝਦਾ ਸੀ ਉਸ ਟਾਈਮ ਤੱਕ, ਠੀਕ ਹੈ। ਉਹਦੇ ਵਿੱਚ ਕੋਈ ਇੰਟਰਪ੍ਰੀਟਰ ਨਹੀਂ ਸੀ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਕੰਪਿਊਟਰ ਹੈ ਉਹਨਾਂ ਦੇ ਵਿੱਚ ਇੰਟਰਪ੍ਰੀਟਰ ਪਾਏ ਜਾਂਦੇ, ਠੀਕ ਹੈ। ਉਹ ਸਿੰਬੋਲਿਕ ਕੋਡ ਨੂੰ ਆਪਾਂ ਚੇਂਜ ਕਰ ਲੈਂਦੇ ਆ ਇੰਗਲਿਸ਼ ਲੈਂਗੁਏਜ ਦੇ ਵਿੱਚ, ਠੀਕ ਹੈ। ਸੋ ਅਸੀਂ ਜਦੋਂ ਸਮਝਦੇ ਹਾਂ ਇੰਗਲਿਸ਼ ਦੇ ਵਿੱਚ, ਤੇ ਜਦੋਂ ਮਸ਼ੀਨ ਨੂੰ ਸਮਝਾਣਾ ਉਹ ਮਸ਼ੀਨ ਲੈਂਗੁਏਜ ਦੇ ਵਿੱਚ ਅਸੀਂ ਉਹਨੂੰ ਕਨਵਰਟ ਕਰਕੇ ਦੇ ਦਿੰਦੇ ਹਾਂ ਯੂਜ਼ਿੰਗ ਇੰਟਰਪ੍ਰੀਟਰ। ਬਟ ਉਸ ਟਾਈਮ ਤੇ ਕੀ ਹੀ ਫਸਟ ਜਨਰੇਸ਼ਨ ਦੇ ਵਿੱਚ ਸਿੰਬੋਲਿਕ ਇੰਸਟਰਕਸ਼ਨ ਹੀ ਸਮਝਦਾ ਸੀ ਕੰਪਿਊਟਰ, ਠੀਕ ਹੈ। ਇਹ ਇੱਕ ਡਿਸਐਡਵਾਂਟੇਜ ਸੀ ਇਹਦੀ। These computers were very huge in size, huge size ਕਿਉਂਕਿ ਕਿੰਨੇ ਟਨ ਦਾ ਸੀ ਉਹ 130 ਟਨ ਦਾ ਸੀ, ਇਸ ਕਰਕੇ ਇਹਦੇ ਵਿੱਚ ਕੀ ਸੀ ਕਿ ਬਹੁਤ ਬਲਕੀ ਸਾਈਜ਼ ਦਾ ਸੀ, ਬਹੁਤ ਵੱਡਾ, ਜਿੱਦਾਂ ਇੱਕ ਘਰ ਹੁੰਦਾ ਪੂਰਾ ਘਰ ਦੇ ਵਾਂਗ, ਠੀਕ ਹੈ। ਕਾਫੀ ਵੱਡਾ ਹਿਊਜ ਸਾਈਜ਼ ਸੀਗਾ, ਇਹਨੂੰ ਰੱਖਣ ਦੇ ਵਿੱਚ ਮੁਸ਼ਕਿਲ ਆਉਂਦੀ ਸੀ, ਕਿੱਥੇ ਰੱਖਣਾ, ਪੂਰੀਆਂ ਫੈਕਟਰੀ ਦੇ ਵਿੱਚ ਕਿੱਦਾਂ ਉਹਨੂੰ ਕੰਮ 'ਚ ਲਿਆਉਣਾ, ਸੋ ਕਾਫੀ ਮੁਸ਼ਕਿਲ ਸੀ।
सो दे मेन प्रॉब्लम वाज ओवरहीटिंग, ਇਹਦੇ ਵਿੱਚ ਓਵਰਹੀਟਿੰਗ ਬੜੀ ਸੀ ਉਸ ਟਾਈਮ ਤੇ, ਏਸੀ ਨਹੀਂ ਸੀ ਹੁੰਦੇ, 에ਅਰ ਕੰਡੀਸ਼ਨ, ਸੋ ਉਹਨੂੰ ਕੂਲ ਕਰਨ ਦੇ ਲਈ ਉਧਰ ਸਾਨੂੰ ਟੈਂਕੀਆਂ 'ਚ ਪਾਣੀ ਭਰ ਕੇ ਰੱਖਣਾ ਪੈਂਦਾ ਸੀ, ਨਾਲ ਨਾਲ ਪਾਣੀ ਦੀਆਂ ਪਾਈਪਾਂ ਚਲਾਉਣੀਆਂ ਪੈਂਦੀਆਂ ਸੀ ਲੋਹੇ ਦੀਆਂ, ਉਹਨਾਂ ਦੇ ਵਿੱਚ ਪਾਣੀ ਨੂੰ ਸਰਕੂਲੇਟ ਕੀਤਾ ਜਾਂਦਾ ਸੀ ਤਾਂ ਕਿ ਜਿਹੜੀ ਮਸ਼ੀਨ ਆ ਉਹ ਠੰਡੀ ਰਹੇ, ਉਹਦੀ ਕੂਲਿੰਗ ਰਹੇ, ਹੀਟ ਅਪ ਨਾ ਹੋਏ। ਠੀਕ ਹੈ, ਸੋ ਇਹਦੀਆਂ ਇਹ ਡਿਸਐਡਵਾਂਟੇਜ ਸੀ। ਸੋ ਵੈਕਿਊਮ ट्यूब की फोटो देख लो, वैक्यूम ट्यूब एक बल्ब की वांग ही है पूरा। ठीक है, जेडे पुराने टीवी वगैरह खोल के देखोगे ਉਹਦੇ ਵਿੱਚ वैक्यूम ट्यूब्स ਲੱਗੀਆਂ ਹੁੰਦੀਆਂ। ठीक है, आजकल तो एलईडी वगैरह आ गए हैं। ठीक है, डायोड्स वगैरह यूज होने लगते हैं, पर उस टाइम पे वैक्यूम ट्यूब यूज होंदियां सी। सो ये फर्स्ट जनरेशन ਦੇ ਵਿੱਚ मैं दस्या था। नैक्सट जनरेशन 2 ਦੇ ਵਿੱਚ 1956 ਤੋਂ ਲੈ ਕੇ 1963 ਦੇ ਵਿੱਚ जनरेशन 2 आई, ਜਿਹਦੇ ਵਿੱਚ ਸਭ ਤੋਂ ਵੱਡੀ ਚੀਜ਼ जनरेशन 2 ਦੇ ਵਿੱਚ ट्रांजिस्टर आ गया। पहला की सी वैक्यूम ट्यूब, हुण की आ गया ट्रांजिस्टर। ट्रांजिस्टर एक तो स्मॉल साइज दे सी, ठीक है, और इसकी कैलकुलेशन बड़ी फास्ट सी, क्योंकि ट्रांजिस्टर सैमी कंडक्टर डिवाइस है, इन्हें रिप्लेस किया ट्यूब्स को। ठीक है, ट्यूब्स को रिप्लेस करता। ट्रांजिस्टर इज ए पीस ऑफ सिलिकॉन, ठीक है, सिलिकॉन whose conductivity can be turned on and off using an electric current। ठीक है, ਜਦੋਂ ਤੁਸੀਂ ਕਰੰਟ ਪਾਸ ਕਰਦੇ ਆ ਤਾਂ ਉਹਦੀ ਕੰਡਕਟਿਵਿਟੀ ਘਟਦੀ ਜਾਂ ਵੱਧਦੀ ਹੈ। ਠੀਕ ਹੈ, ਜਿੰਨਾ ਕਰੰਟ ਅਸੀਂ ਦਵਾਂਗੇ ਉਸ ਹਿਸਾਬ ਨਾਲ ਉਹਦੀ ਕੰਡਕਟਿਵਿਟੀ ਵਧੇਗੀ ਜਾਂ ਘਟੇਗੀ, ਤੇ ਡਾਟਾ ਜਿਹੜਾ ਪ੍ਰੋਸੈਸ ਹੋਏਗਾ, ਜੋ ਵੀ ਡਾਟਾ ਨੂੰ ਦਿੰਦੇ। ਠੀਕ ਹੈ, ਸੋ ਟ੍ਰਾਂजिस्टर ਯੂਜ਼ ਹੋਣ ਲੱਗੇ ਤਾਂ ਮੈਥਮੈਟਿਕਲੀ ਕੈਲਕੂਲੇਸ਼ਨ ਦੇ ਲਈ, ਕੰਪਿਊਟੇਸ਼ਨ ਦੇ ਲਈ, ਦੇ ਪਰਫਾਰਮ ਦਾ ਸੇਮ ਸਵਿਚਿੰਗ ਫੰਕਸ਼ਨ ਆਫ वैक्यूम ट्यूब। सेम जिदा वैक्यूम ट्यूब जो काम करता सी वही काम ट्रांजिस्टर ने करना शुरू कर दिया। ठीक है, और इन्वेंट किने किया? इन्वेंट बाय बार्डिन, ब्रैटन एंड शॉकली इन 1948 ਦੇ ਵਿੱਚ ਉਹਨਾਂ ਨੇ ਇਨਵੈਂਟ ਕੀਤਾ ट्रांजिस्टर। ठीक है, ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਫਿਜ਼ਿਕਸ ਦੇ ਵਿੱਚ 1956 ਦੇ ਵਿੱਚ। ठीक है, 1956 ਦੇ ਵਿੱਚ ਇੱਕ ट्रांजिस्टर ਨੂੰ ਬਣਾਇਆ ਜਿਹੜਾ ਬਹੁਤ ਵੱਡੀ ਖੋਜ ਸੀ ਉਸ ਟਾਈਮ ਦੀ। ठीक है, क्योंकि ट्रांजिस्टर के बनने के नाल कंप्यूटर जड़ा जेडे बहुत बड़े बड़े कंप्यूटर होंदे सी उन्हां दा साइज घट गया, छोटा हो गया। ठीक है, सो कंप्यूटर फास्ट हो गया। सम हिस्टोरियन क्लेम द ट्रांजिस्टर वाज द मोस्ट इंपॉर्टेंट इन्वेंशन ऑफ द 20th सेंचुरी। 20वीं सेंचुरी दी सब तो बड़ी कहता खोज सी उस टाइम। ठीक है, कंप्यूटर बिकम कमर्शियल as cost dropped, high level language were designed to make programming more natural। so second generation ਦੇ ਵਿੱਚ ट्रांजिस्टर ਤੇ ਆਉਣ ਦੇ ਨਾਲ ਕੀ ਫਾਇਦਾ ਹੋਇਆ ਕਿ ਕੁਝ ਜਿਹੜੀਆਂ ਲੈਂਗੁਏਜ ਉਦੋਂ ਇਨਵੈਂਟ ਹੋਈਆਂ, ਬਣਾਈਆਂ ਗਈਆਂ। ਸਭ ਤੋਂ ਪਹਿਲੇ ਉਸ ਟਾਈਮ ਤੇ ਲੈਂਗੁਏਜ ਆਈ ਫੋਰਟ੍ਰੈਨ। ਠੀਕ ਹੈ, ਜਿਹਨੂੰ ਅਸੀਂ ਕਹਿੰਦੇ ਆ ਫਾਰਮੂਲਾ ਟ੍ਰਾਂਸਲੇਸ਼ਨ ਲੈਂਗੁਏਜ। ਠੀਕ ਹੈ, ਇਹਦੇ ਵਿੱਚ ਕੋਈ ਵੀ ਸਾਇੰਟੀਫਿਕ ਕੰਮ ਕਰਨਾ ਹੈ, ਕੋਈ ਵੀ ਕਮਰਸ਼ੀਅਲ ਕੰਮ ਕਰਨਾ ਹੈ ਤੇ ਉਹ ਕਰ ਸਕਦੇ ਆ। ठीक है, 1957 ਦੇ ਵਿੱਚ ਫੋਰਟ੍ਰੈਨ ਲੈਂਗੁਏਜ बेकस ने बनाई, IBM कंपनी ने बनाई है लैंग्वेज। ठीक है, दूसरी लैंग्वेज जनरेशन 2 के बीच बनाई लिस्प। ठीक है, इन्हें कहते हैं लिस्ट प्रोसेसिंग लैंग्वेज। ठीक है, 1959 ਦੇ ਵਿੱਚ आई, मैककैर्थी ने बनाई एट MIT ਦੇ ਵਿੱਚ। ठीक है, ये लैंग्वेज सी लिस्प ਜਿਹੜੀ लैंग्वेज सी ये एक्चुअली उस टाइम ਤੇ आर्टिफिशियल इंटैलीजेंस ਇੰਨੀ ਤੇਜ਼ ਨਹੀਂ ਸੀ ਜਿੰਨੀ ਅੱਜ ਆ। ਅੱਗੇ ਜਾ ਕੇ मैं गल करांगा 5th जनरेशन ਦੇ ਵਿੱਚ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੁੰਦੀ ਹੈ। ठीक है, पर उस टाइम ਤੇ ਵੀ ਥੋੜੀ ਬਹੁਤੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੀਤੀ ਜਾਂਦੀ ਸੀ ਮਸ਼ੀਨ ਦੇ ਦੁਆਰਾ, ਉਹ ਲਿਸਪ ਲੈਂਗੁਏਜ ਨੂੰ ਯੂਜ਼ ਕਰਕੇ ਕੀਤੀ ਗਈ। ਠੀਕ ਹੈ, ਉਹਦੇ ਬਾਅਦ ਬੇਸਿਕ ਲੈਂਗੁਏਜ ਜਿਹੜੀ ਹੈ ਬਿਗਨਰ ਆਲ ਪਰਪਸ ਸਿੰਬੋਲਿਕ ਇਨਸਟਰਕਸ਼ਨ ਕੋਡ, ਬੇਸਿਕ ਲੈਂਗੁਏਜ ਜਿਹਨੂੰ ਅਸੀਂ ਬਾਅਦ ਵਿੱਚ ਵਿਜ਼ੂਅਲ ਬੇਸਿਕ ਦਾ ਨਾਮ ਦਿੱਤਾ। ਠੀਕ ਹੈ, ਸਭ ਤੋਂ ਪਹਿਲੇ ਜਿਹੜੀ ਬੀ ਲੈਂਗੁਏਜ ਸੀ ਬੇਸਿਕ 1959 कैमनी एंड डार्टमाउथ ने बनाई। ठीक है, ये भी सेकंड जनरेशन ਦੇ ਵਿੱਚ ਆ। ਉਹਦੇ ਬਾਅਦ ਕੋਬੋਲ ਲੈਂਗੁਏਜ ਵੀ ਉਸ ਟਾਈਮ ਤੇ ਬਣੀ, ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ ਹੈ ਕੋਬੋਲ। 1960 ਦੇ ਵਿੱਚ ਮੂਰੇ ਹੋਪਰ ਐਟ ਡਿਪਾਰਟਮੈਂਟ ਆਫ ਡਿਫੈਂਸ, ਮਤਲਬ US ਯੂਨਾਈਟਿਡ ਸਟੇਟ ਆਫ ਅਮਰੀਕਾ ਨੇ ਇਹ ਲੈਂਗੁਏਜ ਜਿਹੜੀ ਬਣਾਈ ਕੋਬੋਲ। ਠੀਕ ਹੈ, ਇਹ ਸਾਰੀਆਂ ਲੈਂਗੁਏਜ ਜਿਹੜੀਆਂ ਜਨਰੇਸ਼ਨ 2 ਦੇ ਵਿੱਚ ਪੋਸੀਬਲ ਸੀ। ठीक है, क्योंकि ट्रांजिस्टर ਦੇ ਨਾਲ ਤੁਹਾਡਾ ਕੰਪਿਊਟਰ ਫਾਸਟ ਹੋ ਗਿਆ ਸੀ, ਜਿਹਦੇ ਨਾਲ ਇਹ ਲੈਂਗੁਏਜ ਸਾਰੀਆਂ ਕੰਮ ਕਰ ਸਕਦੀਆਂ ਸੀ।
पर ये सारियां लैंग्वेज की इको कमी सी कि ये सारियां सिंबॉलिक इंस्ट्रक्शन पे काम करती सी, ठीक है। सिंबॉलिक इंस्ट्रक्शन पहला जनरेशन जी ही पूरी मशीन ओरिएंटेड ही, दूसरी जनरेशन के सिंबॉलिक कोड यूज होने लग पे, जिदा कोई मान लो ऐड करना आप ऐड करने के लिए आप लिख दें ADD, एक कोड हो गया। मल्टीप्लीकेशन करना तो आप लिख दें MUL, एक कोड हो गया, ठीक है। इदा के जोड़े कोड है सारे एक ही होंगे, ये सिंबॉलिक कोड होंगे, ठीक है। ये मशीन कोड नहीं है। अगर मशीन कोड की आप गल करिए तो हो सकता ADD ऐड इनू लिखण के लिए लिखना पे सानू 00110001, ठीक है। हुण न्यूमेरिकली लिखण नू सौखा समझांगे या कोड नू लिखना सौखा समझांगे, ठीक है। ऑब्वियसली कोड नू लिखना सौखा होएगा तुहाडे लिए, ठीक है। ऐड लिखना सौखा होएगा कंपैरेटिवली तुहाडा बाइनरी लैंग्वेज नू यूज करना, ठीक है। इसलिए सैकेंड जनरेशन दे विच आपां सिंबॉलिक कोड यूज करने शुरू कर दिते, ठीक। सैकेंड जनरेशन की आपां गल करिए उहदियां एडवांटेज, स्मॉलर इन साइज, मोर रिलायबल, यूज्ड लैस एनर्जी एंड वर नॉट हीटेड, इनू थोड़ी घट एनर्जी चाहिए है, पावर स्टेशन ही नहीं पूरा चाहिए कि बिजली घर ही चलाने वास्ते चाहिए होगा, ठीक है। इनू चलाने के लिए घट एनर्जी चाहिए है, पर नॉट हीटेड, ज़्यादा हीट अप नहीं होंगे। वाइडर कमर्शियल यूज के ज़्यादा होने लगे। कमर्शियल यूज समझते ना, बिजनेस पर्पज के लिए, ठीक है। बिजनेस पर्पज के लिए कंप्यूटर यूज करना जरा पॉसिबल हो गया सैकेंड जनरेशन के, क्योंकि ये काफ़ी लैंग्वेज आ गई है, भूगोल लैंग्वेज, फोर्ट्रेन लैंग्वेज, लिस्प लैंग्वेज, ठीक है। और बेटर पोर्टेबिलिटी, हुण छोटा हो गया साइज तो मतलब यदि पोर्टेबिलिटी संभव हो गई। पहले कंप्यूटर में तो चुक के भी नहीं खड़ सकते एक जगह से दूसरी जगह, जड़ी जगह ते उन्होंने लगाता, बनाता, असेंबल करता, उधर ही रहेगा, ठीक है। ਉਹਦੇ बेटर स्पीड एंड कुड कैलकुलेट डाटा इन माइक्रो सैकेंड, ਉਹਦੇ ਵਿੱਚ ਸੈਕਿੰਡਸ लगते सी डाटा ਨੂੰ कैलकुलेशन ਦੇ ਲਈ ਸੈਕਿੰਡਸ लगते सी, बट सैकेंड जनरेशन ਦੇ ਵਿੱਚ माइक्रो सैकेंड लगने शुरू हो गए, ठीक है। ਉਹਦੇ बाद यूज्ड फास्टर पेरिफेरल्स लाइक टेप ड्राइव्स, पेरिफेरल्स ਹੁੰਦੀਆਂ डिवाइसेस। उस टाइम ਤੇ ਕਿਹੜੀਆਂ डिवाइसेस ਜਿਹੜੀਆਂ जनरेशन 2 कंप्यूटर ਦੇ ਵਿੱਚ यूज ਹੁੰਦੀਆਂ ਸੀ, मैग्नेटिक डिस्क, प्रिंटर्स उस टाइम पे यूज होने लग गए, ठीक है। मैग्नेटिक डिस्क के विच अपना फ्लोपी ड्राइव वगैरह यूज होंदी सी उस टाइम पे, ठीक है। सो अगली मैं गल पहला तुहानूं समझाता असैंबली लैंग्वेज, ठीक है। यूज्ड असैंबली लैंग्वेज इंस्टेड ऑफ मशीन लैंग्वेज, क्योंकि पहली जनरेशन के विच की ही मशीन लैंग्वेज यूज होंदी सी 0-1 की फॉर्म के विच, बाइनरी की फॉर्म के। और सैकेंड जनरेशन के विच की सी आपां असैंबली लैंग्वेज यूज की जिहड़ी कि कोडिंग फॉर्म के विच, ठीक है। कोडिंग फॉर्म में समझना सौखा है, ऐड, MUL, मल्टीप्लीकेशन, डिवाइड, DIV, डिवाइड, ठीक है। इस तरह के नाल चल सकते। सो एक्यूरेसी इंप्रूव, सैकेंड जनरेशन में जो एक्यूरेसी ही कंप्यूटर की बड़ी ज़्यादा इंप्रूव हो गई, ठीक है। हुण कुछ डिसएडवांटेज सी जड़ियां कि तीसरी जनरेशन ने जड़ियां दूर की सी डिसएडवांटेज, कूलिंग सिस्टम वाज रिक्वायर्ड, ਇਹਦੇ ਵਿੱਚ ਵੀ ਕਹਿੰਦਾ ਕਿ ਕੂਲਿੰग ਚਾਹੀਦੀ ਸੀ, ठीक है। ट्रांजिस्टर किन्ने ज़्यादा यूज होने लगे जिहदे नाल कूलिंग चाहिए है, इलैक्ट्रिसिटी जल्दी भी जिस डिवाइस के विच। कॉन्सटेंट मेंटेनेंस वाज रिक्वायर्ड, इनू मेंटेनेंस कॉस्ट ज़्यादा सी, खराब हो जाता है जल्दी, ठीक है। एक होंदी है इनिशियल कॉस्ट, एक होंदी है मेंटेनेंस कॉस्ट। इनिशियल कॉस्ट होंदी है जदों असीं कोई चीज़ लैंदे हां, ठीक है, उस टाइम ते जो कॉस्ट दिंदे हां, ते मेंटेनेंस कॉस्ट होंदी है जो कॉस्ट खरीदण तो बाद जो रिपेयरिंग के विच आती है, जो उन्हें यूज करने के लिए कॉस्ट आती है, ठीक है, वो होंदी है मेंटेनेंस कॉस्ट। सो सैकेंड जनरेशन की जी मेंटेनेंस कॉस्ट सी वो ज़्यादा सी। और कमर्शियल प्रोडक्शन वाज डिफिकल्ट, कमर्शियल प्रोडक्शन कहता थोड़ी डिफिकल्ट सी। कमर्शियल प्रोडक्शन क्यों डिफिकल्ट सी, क्योंकि हले भी इसका साइज थोड़ा बड़ा सीगा, ठीक है। हले भी माइक्रो प्रोसैसर होंद विच नहीं आया सी, ठीक है, जिस करके कमर्शियल प्रोडक्शन डिफिकल्ट हो गई, ठीक है। ओनली यूज्ड फॉर स्पेसिफिक पर्पज, कुछ पर्पज के लिए बड़ा वधिया सी, ठीक है, जिद्दां कि कैलकुलेशंस करनी है, ठीक है, कोई डाटा फीड करना आपां सोर्टिंग ऑर्डर दे विच उस जगह ते भी लिए ठीक सी, लेकिन साइंटिफिक पर्पज के लिए यूज नहीं होंदे ही ज़्यादा, ठीक है। उसके बाद कॉस्टली एंड नॉन वर्सेटाइल, कॉस्टली पैंदा सी कि जिन्नी वड्डी मशीन होएगी उन्नी ज़्यादा कॉस्टली होएगी, ठीक है। बड़े बड़े पुर्जे होणगे उहदे,
ठीक है, साइज ਵੱਡਾ ਹੋਏਗਾ और वर्सटाइल मतलब एक ਅਸੀਂ ਉਹਨੂੰ यूज नहीं कर सकते ही मल्टीपल पर्पस ਦੇ ਲਈ, ठीक है। सो वर्सेटाइल नहीं सी, वर्सेटाइल होना चाहिए। पंच कार्ड वर यूज्ड फॉर इनपुट, हल्ले भी की सीगा कि पंच कार्ड ਜਿਹੜੇ ਆ यूज ਹੁੰਦੇ ਸੀ। पंच कार्ड ਦੀ ਮੈਂ ਤੁਹਾਨੂੰ ਗੱਲ ਕਰਤੀ ਹੈ ਲਾਸਟ कि पंच कार्ड ਜਿਹੜਾ ਇੱਕ ਡਿਵਾਈਸ ਸਟੋਰੇਜ ਡਿਵਾਈਸ ਹੈ ਜਿਹੜੀ ਕਿ डाटा स्टोर ਕਰਨ ਦੇ ਲਈ ਜਾਂ ਇਨਪੁਟ ਦੇਣ ਦੇ ਲਈ, ठीक है। ਪਹਿਲਾਂ ਤੇ ਇਨਪੁਟ ਦੇਣ ਦੇ ਲਈ ਕੀਬੋਰਡ ਤੇ ਮਾਊਸ ਯੂਜ਼ ਹੁੰਦੇ ਸੀ, ਪਰ ਸੈਕੰਡ ਜਨਰੇਸ਼ਨ ਦੇ ਵਿੱਚ ਕੀਬੋਰਡ ਮਾਊਸ ਨਹੀਂ ਸੀਗੇ, ਇਸ ਕਰਕੇ ਉਧਰ ਪੰਚ ਕਾਰਡ ਦੇ ਨਾਲ ਇਨਪੁਟ ਦਿੱਤੀਆਂ ਜਾਂਦੀਆਂ ਸੀ। ਜੋ ਵੀ ਬਾਹਰੋਂ ਦੀ ਇਨਪੁਟ ਕੋਈ ਵੀ ਦੇਣੀ ਹੈ ਉਹ ਪੰਚ ਕਾਰਡ ਦੇ ਵਿੱਚ ਸਟੋਰ ਹੁੰਦੀ ਸੀ। ਉਹ ਪੰਚ ਕਾਰਡ ਜਦੋਂ ਕੰਪਿਊਟਰ ਦੇ ਨਾਲ ਆਪਾਂ ਲਾਉਂਦੇ ਸੀ ਕਿ ਉਹ ਇਨਪੁਟ ਜਿਹੜੀਆਂ ਕੰਪਿਊਟਰ ਦੇ ਵਿੱਚ ਚੱਲ ਜਾਂਦੀਆਂ ਸੀ, ਠੀਕ ਹੈ। ਸੋ ਹੱਲੇ ਵੀ ਇਹ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਸੈਕੰਡ ਜਨਰੇਸ਼ਨ ਦੇ ਵਿੱਚ ਆਈਆਂ, ਠੀਕ ਹੈ। ਇਹ ਸਾਡੇ ਟ੍ਰਾਂਜ਼ਿਸਟਰ ਹੈ, ठीक है, 3 पिन ट्रांजिस्टर। नैक्सट आप गल करिए जनरेशन 3। जनरेशन 3 1964 तो 1971 ਦੇ ਵਿੱਚ ਆਈ, ठीक है। ਇਹਦੇ ਵਿੱਚ ਇੱਕ ਬੜੀ ਵੱਡੀ ਖੋਜ ਹੋਈ, ਇਹਦੇ ਵਿੱਚ ਆਈਸੀ ਹੋਂਦ ਵਿੱਚ ਆਇਆ ਇੰਟੀਗ੍ਰੇਟਡ ਸਰਕਟ, ठीक है। एक सिलिकॉन चिप ਦੇ ਉੱਤੇ ਆਪਾਂ ਕੀ ਕਰਦੇ ਆ कि डिफरेंट ट्रांजिस्टर्स डिफरेंट सर्किटरी जो चाहिए है, जिदा कि कोई कैलकुलेशंस करनी है, मैथमेटिकल कैलकुलेशंस करनी है, ठीक है, साइंटिफिक कैलकुलेशंस करनी है, ठीक है। ਉਹਨੂੰ यूज करने ਦੇ ਲਈ, ਉਹ कैलकुलेशन परफॉर्म करने ਦੇ ਲਈ ਆਪਾਂ ਕੀ ਕਰਦੇ ਹਾਂ, सिलिकॉन चिप ਦੇ ਉੱਤੇ ਇੱਕ आईसी ਤਿਆਰ ਕਰ ਲੈਂਦੇ ਆ ਜਿਹਦੇ ਉੱਤੇ ਕਾਫੀ ट्रांजिस्टर्स ਨੂੰ ਇੰਬੈਡ ਕਰ ਦਿੰਦੇ ਆ। और बाकी भी सर्किटरी, ये नहीं कि ट्रांजिस्टर ही, होर भी सर्किटरी जिदा इंडक्टेंस चाहिए है, रेजिस्टेंस चाहिए है, ठीक है, या होर कोई भी इलैक्ट्रॉनिक कंपोनेंट चाहिए वो आप कर सकते हैं, इंबैड कर सकते हैं सिलिकॉन चिप के उत्ते। तो पहले सब तो पहले गल करिए सिलिकॉन चिप आईसी। तो ये आईसी जिहड़ा किल्बी साइंटिस्ट सीगा जिन्हों 2000 दे विच नोबल प्राइज मिलिया फिजिक्स दे विच, इसे करके इंटीग्रेटेड सर्किट ਨੂੰ ਬਣਾਉਣ ਦੇ ਲਈ ਉਹਨੂੰ ਪ੍ਰਾਈਜ਼ ਮਿਲਿਆ, ठीक है। दिस एडवांस was made possible by miniaturization and improved manufacturing, allowed for mass producing useful circuitry 1971। so 1971 ਦੇ ਵਿੱਚ ਇਹ ਜਿਹੜੀ ਚੀਜ਼ ਆਈ, ਆਈਸੀ ਆਇਆ, ਇਹਨੇ ਇੰਟਲ ਨੂੰ ਜਨਮ ਦਿੱਤਾ। ਇੰਟਲ ਨੇ ਬਣਾਇਆ ਇਹ ਚਿਪ, ਇੰਟਲ ਕੰਪਨੀ ਹੈ। ਹੁਣ ਤੇ ਤੁਹਾਨੂੰ ਪਤਾ ਜਿੰਨੇ ਮਾਈਕਰੋ ਪ੍ਰੋਸੈਸਰ ਆਉਂਦੇ ਆ ਲਗਭਗ ਇੰਟਲ ਕੰਪਨੀ ਦੇ ਆਉਂਦੇ ਆ, ठीक है, या फिर सेलरॉन ਦੇ ਆਉਂਦੇ ਆ, AMD ਦੇ ਪ੍ਰੋਸੈਸਰਸ ਆਉਂਦੇ ਆ, ठीक है। पर इंटल ਦੇ ਪ੍ਰੋਸੈਸਰ ਜਿਹੜੇ ਬੈਸਟ ਹੈ, ਅੱਜ ਵੀ ਜਿਹੜੇ ਸਭ ਤੋਂ ਬੈਸਟ ਪ੍ਰੋਸੈਸਰ ਹੈ ਇੰਟਲ ਦੇ ਆ। ਸੋ ਉਸ ਟਾਈਮ ਤੇ ਕਹਿੰਦਾ ਇੰਟਲ ਨੇ ਆਪਣਾ ਪਹਿਲਾ ਮਾਈਕਰੋ ਪ੍ਰੋਸੈਸਰ ਬਣਾਇਆ 4004, ठीक है, याद रखो 4004 1971 ਦੇ ਵਿੱਚ ਪਹਿਲਾ ਮਾਈਕਰੋ ਪ੍ਰੋਸੈਸਰ ਬਣਾਇਆ, ठीक है। बट ਉਹ ਮਾਈਕਰੋ ਪ੍ਰੋਸੈਸਰ ਨਾਮ ਦਾ ਮਾਈਕਰੋ ਪ੍ਰੋਸੈਸਰ ਸੀ, ठीक है। वो 8 बिट माइक्रो प्रोसेसर सी, 16 बिट एड्रेस बस सी, ठीक है। वो सिर्फ की करता ही कैलकुलेटर पर्पस ਲਈ ਕੰਮ ਹੁੰਦਾ ਹੈ, ठीक है। कैलकुलेटर पर्पस जमा घटाओ ਦੇ ਲਈ ਜਿਹੜਾ ਯੂਜ਼ ਹੁੰਦਾ ਸੀ। ਉਹਦੇ ਬਾਅਦ 1960s saw the rise of operating system, ਫਿਰ ਇਸੇ ਜਨਰੇਸ਼ਨ ਦੇ ਵਿੱਚ ਆਪਰੇਟਿੰਗ ਸਿਸਟਮ ਵੀ ਆਇਆ, ठीक है। 1971 ਤੋਂ ਬਾਅਦ ਆਪਰੇਟਿੰਗ ਸਿਸਟਮ ਵੀ ਹੋਂਦ ਵਿੱਚ ਆਉਣ ਲੱਗੇ। ਆਪਰੇਟਿੰਗ ਸਿਸਟਮ ਨੂੰ ਸਮਝ ਲਿਓ ਇੱਕ ਵਾਰੀ, वेरी इंपॉर्टेंट ऑपरेटिंग सिस्टम, क्योंकि ऑपरेटिंग सिस्टम के बिना साडा कंप्यूटर काम नहीं करता। ऑपरेटिंग सिस्टम बहुत जरूरी है। ऑपरेटिंग सिस्टम इज ए इंटरफेस बिटवीन यूजर एंड कंप्यूटर हार्डवेयर, ठीक है। जो भी डिवाइसेस है कंप्यूटर हार्डवेयर दी, जो भी तुहाडा कंप्यूटर है उन्हें चलाने के लिए कहता एक प्रोग्राम है, एक इंस्ट्रक्शन है जिहड़ी कि यूजर के द्वारा चलाई जाती है, ठीक है। ਉਹਨੂੰ ਆਪਾਂ ਆਪਰੇਟਿੰਗ ਸਿਸਟਮ ਕਹਿੰਦੇ। ਤਾਂ ਉਸ ਟਾਈਮ ਤੇ ਆਪਰੇਟਿੰਗ ਸਿਸਟਮ ਆਣਾ ਸ਼ੁਰੂ ਹੋਇਆ, ਬਟ ਇਹ ਨਹੀਂ ਕਿ ਗ੍ਰਾਫਿਕਲ ਆਪਰੇਟਿੰਗ ਸਿਸਟਮ ਆ ਗਿਆ। ਉਸ ਟਾਈਮ ਤੇ ਸਿੰਪਲ DOS ਆਪਰੇਟਿੰਗ ਸਿਸਟਮ ਆਇਆ ਹੋਏਗਾ, ਡਿਸਕ ਆਪਰੇਟਿੰਗ ਸਿਸਟਮ ਜਿਹੜਾ ਕਿ ਕਮਾਂਡ ਬੇਸਿਸ ਸੀ, ਠੀਕ ਹੈ। ਉਸ ਟਾਈਮ ਤੇ ਮਾਊਸ ਨਹੀਂਗਾ ਤੇ ਸਿੰਪਲ ਕੀਬੋਰਡ ਤੋਂ ਉਹਨੂੰ ਕਮਾਂਡਸ ਦਿੱਤੀਆਂ ਜਾਂਦੀਆਂ ਸੀ, ਠੀਕ ਹੈ। ਸੋ 60s ਦੇ ਵਿੱਚ ਆਪਰੇਟਿੰਗ ਸਿਸਟਮ ਇਨੇਬਲ ਟਾਈਮ ਸ਼ੇਅਰਿੰਗ ਮਸ਼ੀਨਾਂ ਆਉਣ ਲੱਗੀਆਂ ਜਿਹਦੇ ਵਿੱਚ ਟਾਈਮ ਸ਼ੇਅਰ ਹੋਣ ਲੱਗਾ ਕਿ ਡਿਵਾਈਸ ਨੇ ਥੋੜੀ ਦੇਰ ਦੇ ਲਈ एक टास्क करनी है, थोड़ी देर की दूसरी टास्क करनी है, मतलब मल्टीटास्किंग ऑपरेटिंग सिस्टम भी आने लगे, टाइम शेयरिंग ऑपरेटिंग सिस्टम आने लगे, ठीक है। सो एक होर चीज आगे करिए कि ये कंप्यूटर हुण बिजनेस परपस लिए बहुत ज्यादा यूज होने लगा,
क्यों यूज होने लगा? क्योंकि ਇਹਦੇ ਵਿੱਚ काफी एडवांस लैंग्वेज आ गई, बड़ी इंपॉर्टेंट। पहली पास्कल, पास्कल डिवेलप हुई 1971 ਦੇ ਵਿੱਚ। ਵਿਰਥ ਜਿਹੜਾ ਸਾਇੰਟਿਸਟ ਸੀ ਉਹਨੇ ਇਹ ਲੈਂਗੁਏਜ ਬਣਾਈ, ठीक है, पास्कल। ਉਹਦੇ ਬਾਅਦ सी लैंग्वेज, वेरी इंपॉर्टेंट लैंग्वेज, सी लैंग्वेज ਜਿਹਦੇ ਵਿੱਚ ਸਾਡੇ ਆਪਰੇਟਿੰਗ ਸਿਸਟਮ ਵੀ ਬਣਦੇ ਆ, ਕਾਫੀ ਸੌਫਟਵੇਅਰ ਬਣਦੇ ਆ, ठीक है। ਉਹ ਸੌਫਟਵੇਅਰ ਜਿਹੜੇ ਆ 1972 ਦੇ ਵਿੱਚ ਡੈਨਿਸ ਰਿਚੀ ਨੇ सी लैंग्वेज ਤਿਆਰ ਕੀਤੀ, ठीक है। 1972 ਦੇ ਵਿੱਚ ਡੈਨਿਸ ਰਿਚੀ ਨੇ सी लैंग्वेज ਤਿਆਰ ਕੀਤੀ, ਜਿਹੜੀ ਕਿ ਕਾਫੀ ਆਪਰੇਟਿੰਗ ਸਿਸਟਮ ਬਣਾਉਣ ਦੇ ਕੰਮ ਆਉਂਦੀ, ठीक है। ਉਹਦੇ ਬਾਅਦ ਹੁਣ ਆਪਾਂ ਗੱਲ ਕਰੀਏ ਤਾਂ थर्ड जनरेशन ਦੀਆਂ ਕੁਝ ਐਡਵਾਂਟੇਜ ਤੇ ਡਿਸਐਡਵਾਂਟੇਜ। ਐਡਵਾਂਟੇਜ थर्ड जनरेशन ਦੇ ਵਿੱਚ ਕਿ ਸਾਡਾ ਜਿਹੜਾ ਕੰਪਿਊਟਰ ਦਾ ਸਾਈਜ਼ ਸੀਗਾ ਉਹ ਹੁਣ ਘਟ ਗਿਆ, ਸਮਾਲਰ ਇਨ ਸਾਈਜ਼। ਉਹਦੇ ਬਾਅਦ ਮੋਰ ਰਿਲਾਇਬਲ, ਸੁਵਿਧਾਜਨਕ ਹੋ ਗਿਆ, ਮਤਲਬ ਕਈ ਕੰਮ ਅਸੀਂ ਇੱਕ ਕੰਪਿਊਟਰ ਤੋਂ ਲੈਣੇ ਸ਼ੁਰੂ ਕਰਤੇ। ਹੁਣ ਇਹ ਨਹੀਂ ਕਿ ਸਿਰਫ ਜਮਾ ਘਟਾਓ ਹੀ ਕਰਨ ਲੱਗਾ, ਉਹ ਹੋਰ ਵੀ ਅੱਗੇ ਵਧਿਆ, ਠੀਕ ਹੈ। ਉਹ ਕੋਈ ਹੋਰ ਕੈਲਕੂਲੇਸ਼ਨ ਸਾਇੰਟੀਫਿਕ ਪਰਪਸ ਲਈ ਵੀ ਯੂਜ਼ ਹੋਣ ਲੱਗਾ। ਕੋਈ ਕੰਪਿਊਟਰ ਦੇ ਵਿੱਚ ਕੋਈ ਮੈਥਮੈਟੀਕਲ ਕੈਲਕੂਲੇਸ਼ਨ ਪਰਫਾਰਮ ਕਰਨ ਦੇ ਨਾਲ ਨਾਲ ਸਾਇੰਟੀਫਿਕ ਕੈਲਕੂਲੇਸ਼ਨ ਕਰਨੀਆਂ ਵੀ ਸ਼ੁਰੂ ਕੀਤੀਆਂ ਨੇ। ਯੂਜ਼ਡ ਲੈਸ એનર્ਜੀ, ਠੀਕ ਹੈ, ਇਹਨੂੰ ਘੱਟ એનર્ਜੀ ਚਾਹੀਦੀ ਸੀ ਕੰਪਿਊਟਰ ਚੱਲਣ ਦੇ ਲਈ। ਪ੍ਰੋਡਿਊਸ ਲੈਸ ਹੀਟ, ਘੱਟ ਹੀਟ ਪ੍ਰੋਡਿਊਸ ਕਰਦਾ ਸੀ। ਬੈਟਰ ਸਪੀਡ ਐਂਡ ਕੁਡ ਕੈਲਕੂਲੇਟ ਡਾਟਾ ਇਨ ਨੈਨੋ ਸੈਕਿੰਡ। ਹੁਣ ਦੇਖੋ ਸੈਕਿੰਡ ਜਨਰੇਸ਼ਨ ਦੇ ਵਿੱਚ ਮਾਈਕਰੋ ਸੈਕਿੰਡ 'ਚ ਡਾਟਾ ਪ੍ਰੋਸੈਸ ਹੁੰਦਾ, ਫਸਟ ਜਨਰੇਸ਼ਨ ਦੇ ਵਿੱਚ ਕਿੰਨਾ ਹੁੰਦਾ, ਸੈਕਿੰਡ ਦੇ ਵਿੱਚ, ਔਰ ਥਰਡ ਜਨਰੇਸ਼ਨ ਦੇ ਵਿੱਚ ਦੇਖੋ ਨੈਨੋ ਸੈਕਿੰਡ ਦੇ ਵਿੱਚ ਜਿਹੜਾ ਡਾਟਾ ਸਪੀਡ ਜਿਹੜੀ ਉਹਦੀ ਵੱਧ ਗਈ, ਡਾਟਾ ਪ੍ਰੋਸੈਸਿੰਗ ਸਪੀਡ ਵੱਧ ਗਈ, ਠੀਕ ਹੈ। ਯੂਜ਼ਡ ਫੈਨ ਫॉर ਹੀਟ ਡਿਸਚਾਰਜ, ਹੁਣ ਕਹਿੰਦਾ ਕੂਲਿੰਗ ਦੇ ਲਈ ਪਾਣੀ ਪਾਈਪਾਂ ਦੇ ਵਿੱਚ ਪਾ ਕੇ ਨਹੀਂ ਇਹਨੂੰ ਠੰਡਾ ਕਰਨਾ ਪੈਂਦਾ, ਹੁਣ ਉਹਨੂੰ ਫੈਨ ਦੇ ਨਾਲ ਉਹਦੇ ਜਿਹੜੇ ਕੰਪਿਊਟਰ ਦੇ ਅੰਦਰੋਂ ਹੀਟ ਹੈ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ, ਠੀਕ ਹੈ। ਸੋ ਇਹਦੇ ਵਿੱਚ ਨਵੀਂ ਇਨਵੈਂਸ਼ਨ ਹੋਈਆਂ। ਮੇਨਟੇਨੈਂਸ ਕਾਸਟ ਵਾਸ ਲੋ, ਹੁਣ ਮੇਨਟੇਨੈਂਸ ਕਾਸਟ ਦੀ ਘਟ ਗਈ। ਟੋਟਲੀ ਜਨਰਲ ਪਰਪਸ, ਆਮ ਜਨਰਲ ਪਰਪਸ ਦੇ ਲਈ ਯੂਜ਼ ਹੋਣ ਲੱਗਾ। ਕੁਡ ਬੀ ਯੂਜ਼ਡ ਫॉर ਹਾਈ ਲੈਵਲ ਲੈਂਗੁਏਜ, ਹੁਣ ਜਿਹੜੀ ਸੀ ਲੈਂਗੁਏਜ ਹੈ ਇਹਨੂੰ ਅਸੀਂ ਮਿਡਲ ਲੈਵਲ ਲੈਂਗੁਏਜ ਵੀ ਕਹਿੰਦੇ ਆ, ਹਾਈ ਲੈਵਲ ਲੈਂਗੁਏਜ ਵੀ ਕਹਿੰਦੇ ਆ। ਹੁਣ ਕਹਿੰਦਾ ਇਹਦੇ ਵਿੱਚ ਹਾਈ ਲੈਵਲ ਲੈਂਗੁਏਜ ਵੀ ਯੂਜ਼ ਹੋਣ ਲੱਗੀਆਂ, ਠੀਕ ਹੈ। ਉਹਦੇ ਬਾਅਦ ਵਰਸਟਾਈਲ ਟੂ ਐਨ ਐਕਸਟੈਂਟ, ਵਰਸਟਾਈਲ ਮਤਲਬ ਹੁਣ ਇਹ ਕਾਫੀ ਜਗ੍ਹਾ ਅਲੱਗ-ਅਲੱਗ ਜਗ੍ਹਾ ਤੇ ਕੰਮ ਆਉਣਾ ਸ਼ੁਰੂ ਕਰ ਦਿੱਤਾ ਹੈ ਕੰਪਿਊਟਰ। ਲੈਸ ਐਕਸਪੈਂਸਿਵ, ਘੱਟ ਮਹਿੰਗਾ। ਬੈਟਰ ਐਕੂਰੇਟ ਰਿਜ਼ਲਟ ਸੀਗਾ ਇਹਦਾ, ਪੂਰਾ ਪ੍ਰੋਪਰ ਰਿਜ਼ਲਟ ਸੀਗਾ। ਕਮਰਸ਼ੀਅਲ ਪ੍ਰੋਡਕਸ਼ਨ ਇਨਕਰੀਜ਼ਡ, ਇਹਦੀਆਂ ਜਿਹੜੀ ਪ੍ਰੋਡਕਸ਼ਨ ਸੀਗੀਆਂ ਉਹ ਕਮਰਸ਼ੀਅਲੀ ਯੂਜ਼ ਹੋਣ ਲੱਗੀਆਂ, ਫੈਕਟਰੀਆਂ ਦੇ ਵਿੱਚ ਯੂਜ਼ ਹੋਣ ਲੱਗੀਆਂ, ਕੰਪਨੀਆਂ ਦੇ ਵਿੱਚ ਯੂਜ਼ ਹੋਣ ਲੱਗੀਆਂ, ਠੀਕ ਹੈ। ਫਿਰ ਕਹਿੰਦਾ ਇਹਦੇ ਵਿੱਚ ਹੁਣ ਮਾਊਸ ਯੂਜ਼ ਹੋਣ ਲੱਗ ਪਿਆ ਸੀ ਉਸ ਟਾਈਮ, ਯੂਜ਼ਡ ਮਾਊਸ ਐਂਡ ਕੀਬੋਰਡ ਫॉर ਇਨਪੁਟ, ਠੀਕ ਹੈ। ਹੁਣ ਮਤਲਬ ਕਹਿਣ ਦਾ ਇਹ ਹੋ ਗਿਆ ਕਿ ਇੱਧਰ ਪੰਚ ਕਾਰਡ ਯੂਜ਼ ਨਹੀਂ ਹੋਇਆ, ਪੰਚ ਕਾਰਡ ਇਨਪੁਟ ਲਈ ਯੂਜ਼ ਹੁੰਦਾ ਸੀ ਸੈਕੰਡ ਜਨਰੇਸ਼ਨ ਦੇ ਵਿੱਚ, ਬਟ ਥਰਡ ਜਨਰੇਸ਼ਨ ਦੇ ਵਿੱਚ ਮਾਊਸ ਤੇ ਕੀਬੋਰਡ ਯੂਜ਼ ਹੋਣ ਲੱਗਾ ਐਜ਼ ਏ ਇਨਪੁਟ ਡਿਵਾਈਸ। ਸਾਨੂੰ ਇਨਪੁਟ ਯੂਜ਼ਰ ਦੇ ਥਰੂ ਜਿਹੜੀ ਮਿਲਦੀ ਹੈ ਉਹ ਜਾਂ ਤੇ ਕੀਬੋਰਡ ਜਾਂ ਮਾਊਸ ਦੇ ਥਰੂ ਦੇ ਸਕਦੇ ਹਾਂ। ਨੈਕਸਟ ਡਿਸਐਡਵਾਂਟੇਜ ਇਹਦੀਆਂ ਕੀ ਸੀਗੀਆਂ ਜਿਹੜੀਆਂ ਕਿ ਫੋਰਥ ਜਨਰੇਸ਼ਨ ਨੇ ਪੂਰੀਆਂ ਕੀਤੀਆਂ। ਪਹਿਲੀ ਏਅਰ ਕੰਡੀਸ਼ਨਿੰਗ ਵਾਸ ਰਿਕੁਆਇਰਡ, ਇਹਨੂੰ ਕੀ ਚਾਹੀਦਾ ਸੀ, ਹੱਲੇ ਵੀ ਏਸੀ ਚਾਹੀਦਾ, ਠੀਕ ਹੈ, ਏਅਰ ਕੰਡੀਸ਼ਨਿੰਗ ਚਾਹੀਦੀ ਹੈ ਇਹਨੂੰ। ਹਾਈ ਸਫਿਸਟੀਕੇਟਡ, ਜਟਿਲ ਸੀਗਾ, ਜਟਿਲ ਟੈਕਨੋਲੋਜੀ ਸੀ ਇਹਦੀ, ਥੋੜੀ ਮੁਸ਼ਕਿਲ ਟੈਕਨੋਲੋਜੀ ਸੀ ਕਿਉਂਕਿ ਇਹਦੇ ਵਿੱਚ ਆਈਸੀ ਯੂਜ਼ ਹੁੰਦੇ ਸੀ, ਇਸ ਕਰਕੇ ਜਟਿਲ ਟੈਕਨੋਲੋਜੀ ਹੈ, ਠੀਕ ਹੈ। ਉਹਦੇ ਬਾਅਦ ਅਸੀਂ ਚੱਲਦੇ ਹਾਂ ਜਨਰੇਸ਼ਨ 4 ਦੇ ਵਿੱਚ। ਵੈਰੀ ਇੰਪੋਰਟੈਂਟ ਜਨਰੇਸ਼ਨ ਕਿਉਂਕਿ ਅੱਜ ਵੀ ਇਹ ਜਨਰੇਸ਼ਨ ਚੱਲਦੀ ਹੈ। ਜਨਰੇਸ਼ਨ 4 ਦੇਖੋ 1972 ਤੋਂ ਸ਼ੁਰੂ ਹੋਈ ਜਦੋਂ ਦੀ ਸਾਡੀ ਸੀ ਲੈਂਗੁਏਜ ਬਣੀ, ਠੀਕ ਹੈ। ਉਸ ਟਾਈਮ ਤੋਂ ਸ਼ੁਰੂ ਹੋਈ ਹੈ 1972 ਤੋਂ ਲੈ ਕੇ 2010 ਹੱਲੇ ਵੀ ਇਹੀ ਜਨਰੇਸ਼ਨ ਕੰਮ ਕਰਦੀ ਪਈ ਹੈ। ਕੁਝ ਇਨਵੈਂਟਮੈਂਟ ਕਰਤੀਆਂ, ਆਰਟੀਫਿਸ਼ੀਅਲ ਇੰਟੈਲੀਜੈਂਸੀ ਹੋ ਗਈ, ਠੀਕ ਹੈ, ਕੁਝ ਨਵੀਆਂ ਚੀਜ਼ਾਂ ਬਣਾ ਕੇ ਫੋਰਥ ਜਨਰੇਸ਼ਨ ਦੇ ਵਿੱਚ ਹੀ ਪਾਈਆਂ, ਠੀਕ ਹੈ। ਸੋ ਇਸ ਟਾਈਮ ਦੇ ਉੱਤੇ ਜਨਰੇਸ਼ਨ 4 ਦੇ ਵਿੱਚ ਕੀ ਹੋਇਆ ਕਿ ਹੁਣ ਜਿਹੜੀਆਂ ਆਈਸੀ ਯੂਜ਼ ਹੁੰਦੇ ਸੀ, ਇੰਟੀਗ੍ਰੇਟਡ ਸਰਕਟ, ਹੁਣ ਕੀ ਯੂਜ਼ ਹੋਣ ਲੱਗਾ, ਹੁਣ ਆਈਸੀ ਨੂੰ ਹੀ ਅੱਗੇ ਵਧਾਇਆ, ਉਹਦਾ ਨਾਮ ਦਿੱਤਾ VLSI, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ, ਠੀਕ ਹੈ। ਇਹਦੇ ਵਿੱਚ ਕਈ ਤਰ੍ਹਾਂ ਦੇ ਆਈਸੀਜ਼ ਹੁੰਦੇ ਆ, ਜਿੱਦਾਂ ਕਿ ਸਮਾਲ ਸਕੇਲ ਇੰਟੀਗ੍ਰੇਸ਼ਨ, ਮੀਡੀਅਮ ਸਕੇਲ ਇੰਟੀਗ੍ਰੇਸ਼ਨ, ਲਾਰਜ ਸਕੇਲ ਇੰਟੀਗ੍ਰੇਸ਼ਨ, ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ, ਠੀਕ ਹੈ। ਇਹ ਅਲੱਗ-ਅਲੱਗ ਇਹਨਾਂ ਦੀਆਂ ਜਨਰੇਸ਼ਨਸ ਹੈ ਇੰਟੀਗ੍ਰੇਸ਼ਨ ਸਰਕਟ ਦੀ, ਠੀਕ ਹੈ। ਸੋ ਜਿਹੜਾ ਸਮਾਲ ਸਕੇਲ ਇੰਟੀਗ੍ਰੇਸ਼ਨ ਹੈ ਉਹਦੇ ਚ ਕੁਝ ਥੋੜੇ ਟ੍ਰਾਂਜ਼ਿਸਟਰ ਯੂਜ਼ ਹੁੰਦੇ ਆ, ਥੋੜੇ ਇਲੈਕਟ੍ਰੋਨਿਕ ਕੰਪੋਨੈਂਟ ਯੂਜ਼ ਹੁੰਦੇ ਆ, ਠੀਕ ਹੈ।
तो ਜਿਹੜਾ VLSI ਹੈ ਇਹਦੇ ਵਿੱਚ ਵੈਰੀ ਲਾਰਜ ਸਕੇਲ ਮਤਲਬ ਹਜ਼ਾਰਾਂ ਦੀ ਤਾਦਾਦ ਚ ਟ੍ਰਾਂਜ਼ਿਸਟਰ ਜਿਹੜੇ ਆ ਇੱਕੋ ਚਿਪ ਦੇ ਵਿੱਚ ਪਾਏ ਜੇ ਹਜ਼ਾਰਾਂ ਦੀ ਤਾਦਾਦ ਚ ਪਾਏ ਜਾਣਗੇ ਤੇ ਮਤਲਬ ਕੰਮ ਕਿੰਨਾ ਫਾਸਟ ਹੋ ਜਾਏਗਾ, ਕੈਲਕੂਲੇਸ਼ਨ ਕਿੰਨੀ ਫਾਸਟ ਹੋ ਜਾਏਗੀ। ਠੀਕ ਹੈ, ਇੱਕ ਟ੍ਰਾਂਜ਼ਿਸਟਰ ਨੇ ਕਿੰਨਾ ਕੰਮ ਕਰਨਾ, ਦੋ ਨੇ ਕਿੰਨਾ ਕਰਨਾ ਤੇ ਹਜ਼ਾਰ ਨੇ ਕਿੰਨਾ ਕਰਨਾ। ਸੋ ਇੱਕ ਚਿਪ ਦੇ ਵਿੱਚ ਇੰਨੇ ਜ਼ਿਆਦਾ ਟ੍ਰਾਂਜ਼ਿਸਟਰ ਜਿਹੜੇ ਆ ਪਾਤੇ, ਇੰਨੇ ਜ਼ਿਆਦਾ ਇਲੈਕਟ੍ਰੋਨਿਕ ਸਰਕਟਰੀ ਪਾਤੀ ਜਿਹਦੇ ਨਾਲ ਸਪੀਡ ਜਿਹੜੀ ਆ ਬਹੁਤ ਫਾਸਟ ਹੋ ਗਈ। ਠੀਕ ਹੈ, ਔਰ ਇਹਦਾ ਸਾਈਜ਼ ਘਟਾਇਆ। ਸਾਈਜ਼ ਘਟਾਉਣ ਦੇ ਲਈ ਕੀ ਕੀਤਾ ਉਹਨਾਂ ਨੇ, ਮਾਈਕਰੋ ਪ੍ਰੋਸੈਸਰ ਬਣਾਇਆ, ਇੱਕ ਨਵੀਂ ਚਿਪ ਬਣਾਈ। ਮਾਈਕਰੋ ਪ੍ਰੋਸੈਸਰ ਕੀ ਹੁੰਦਾ ਸੀ, ਇੱਕ ਪ੍ਰੋਗਰਾਮਿੰਗ ਡਿਵਾਈਸ ਤਿਆਰ ਕੀਤੀ, ਪ੍ਰੋਸੈਸਰ ਤਿਆਰ ਕੀਤਾ ਜਿਹਦੇ ਵਿੱਚ ਕੀ ਅਸੈਂਬਲੀ ਲੈਂਗੁਏਜ ਨੂੰ ਯੂਜ਼ ਕਰਕੇ ਪ੍ਰੋਗਰਾਮਿੰਗ ਉਹਦੇ ਅੰਦਰ ਪਾਤੀ ਕਿ ਸਾਡੇ ਕੰਪਿਊਟਰ ਨੂੰ ਕੀ ਇਨਪੁਟ ਮਿਲੇਗੀ ਤੇ ਉਹਨੇ ਕੀ ਕੰਪਿਊਟ ਕਰਨਾ। 2+2 ਕੀਤਾ ਤੇ ਉਹਨੂੰ ਪਤਾ ਹੈ ਕਿ ਮੈਂ ਪਲੱਸ ਕਰਨਾ, 2 - 2 ਕੀਤਾ ਉਹਨੂੰ ਪਤਾ ਮੈਂ 0 ਰਿਜ਼ਲਟ ਲਿਆਣਾ ਦਾ ਮਾਈਨਸ ਕਰਨਾ। ਠੀਕ ਹੈ, ਇਦਾਂ ਹੀ ਜਿੰਨੇ ਵੀ ਕੈਲਕੂਲੇਸ਼ਨ ਹੈ, ਜਿੰਨੇ ਵੀ ਫਾਰਮੂਲੇ ਆ ਸਾਰੇ ਉਹਦੇ ਵਿੱਚ ਇਮਬੈਡ ਕਰਦੇ ਮਾਈਕਰੋ ਪ੍ਰੋਸੈਸਰ ਦੇ। ਠੀਕ ਹੈ, ਸੋ ਇਹੀ ਆਈਸੀ ਜਿਹਨੂੰ ਅਸੀਂ ਮਾਈਕਰੋ ਪ੍ਰੋਸੈਸਰ ਕਹਿ ਦਿੰਦੇ ਹਾਂ। ਠੀਕ ਹੈ, ਇਹ ਐਕਚੁਅਲ ਚ ਜਨਰੇਸ਼ਨ 4 ਦੇ ਵਿੱਚ ਆਇਆ। ਠੀਕ ਹੈ, since computer could be constructed by simply connecting powerful ICs and peripheral devices, ਹੋਰ ਵੀ peripheral devices ਜਿਹੜੀਆਂ ਇਹਦੇ ਵਿੱਚ ਆਈਆਂ। peripheral devices ਤੁਹਾਨੂੰ ਦੱਸਤਾ ਹੀ ਮੈਂ, ਜਿੰਨੀਆਂ ਵੀ, ਜਿੱਦਾਂ ਸਕੈਨਰ ਹੋ ਗਿਆ, ਪ੍ਰਿੰਟਰ ਹੋ ਗਿਆ। ਠੀਕ ਹੈ, ਜਿੰਨੇ ਵੀ ਹੋਰ ਡਿਵਾਈਸਿਸ ਆ ਤੁਹਾਡੀਆਂ ਉਹ ਸਾਰੀਆਂ ਡਿਵਾਈਸਿਸ ਕਹਿੰਦਾ ਜਨਰੇਸ਼ਨ 4 ਦੇ ਵਿੱਚ ਅਟੈਚ ਹੋ ਜਾਂਦੀਆਂ ਸੀ। ਠੀਕ ਹੈ, plotters हो गया, they were easier to make and more affordable. With VLSI came the rise of personal computing 1975। ਹੁਣ ਜਿਹੜਾ 1975, ਠੀਕ ਹੈ, ਬਿਲ ਗੇਟ ਐਂਡ ਪੌਲ ਐਲਨ, ਬਿਲ ਗੇਟ ਨਾਮ ਸੁਣਿਆ ਤੁਸੀਂ, ਫਾਊਂਡਰ, ਇਹਦਾ ਫਾਊਂਡਰ ਮਾਈਕਰੋਸਾਫਟ ਦਾ ਫਾਊਂਡਰ। ਠੀਕ ਹੈ, ਉਹਨੇ ਕਹਿੰਦਾ ਇਹਦੇ ਵਿੱਚ ਮਾਈਕਰੋਸਾਫਟ ਨੇ, ਬਿਲ ਗੇਟਸ ਤੇ ਪੌਲ ਐਲਨ ਨੇ, ਮਾਈਕਰੋਸਾਫਟ ਦੇ ਫਾਊਂਡਰ ਨੇ ਇਹਦੇ ਵਿੱਚ ਕੰਪਿਊਟਰ ਬਣਾਏ। ਠੀਕ ਹੈ, ਔਰ ਕਾਫੀ ਫੇਮਸ ਕੰਪਿਊਟਰ ਹੋਏ ਉਦੋਂ, ਕਿਉਂਕਿ ਮਾਈਕਰੋਸਾਫਟ ਨੇ ਜਿਹੜੀ ਵਿੰਡੋ ਵੀ ਮਾਈਕਰੋਸਾਫਟ ਨੇ ਤਿਆਰ ਕੀਤੀ, ਆਪਰੇਟਿੰਗ ਸਿਸਟਮ ਜਿਹੜੇ ਆ ਉਹ ਮਾਈਕਰੋਸਾਫਟ ਨੇ ਤਿਆਰ ਕੀਤੇ ਆ। ਠੀਕ ਹੈ, ਜਾਂ ਫਿਰ ਦੂਸਰਾ, ਇੱਕ ਤੇ ਮਾਈਕਰੋਸਾਫਟ ਸੀਗਾ, ਦੂਸਰਾ ਉਸ ਟਾਈਮ ਤੇ ਸੀਗਾ ਐਪਲ। ਠੀਕ ਹੈ, ਐਪਲ ਵੀ ਜਿਹੜਾ 1977 ਦੇ ਵਿੱਚ ਬਣਿਆ, 1977, ਸਟੀਵ ਵੋਜ਼ਨਿਕ ਐਂਡ ਸਟੀਵ ਜੌਬ। ਠੀਕ ਹੈ, ਦੋਨੋਂ ਜਾਣਿਆਂ ਨੇ, ਐਪਲ ਦੇ ਫਾਊਂਡਰ ਹੈ ਸਟੀਵ ਵੋਜ਼ਨਿਕ ਐਂਡ ਸਟੀਵ ਜੌਬ। ਠੀਕ ਹੈ, ਐਪਲ went from Jobs garage and 120 millions in sales for 1980। ਹੁਣ 1980 ਦੇ ਵਿੱਚ ਉਹਨਾਂ ਨੇ ਸੋਚੋ ਕਿੰਨੀ ਜ਼ਿਆਦਾ ਸੇਲ ਕੀਤੀ ਉਸ ਟਾਈਮ ਤੇ, ਜਾਂ ਤੇ ਮਾਈਕਰੋਸਾਫਟ ਚੱਲਦਾ ਸੀ ਜ਼ਿਆਦਾ ਜਾਂ ਐਪਲ। ਠੀਕ ਹੈ, ਇਹਨਾਂ ਨੇ ਕਈ ਮਿਲੀਅਨ ਪੈਸਾ ਕਮਾਇਆ ਜਨਰੇਸ਼ਨ 4 ਦੇ ਕੰਪਿਊਟਰ ਬਣਾ ਕੇ ਤਿਆਰ ਕਰ। ਠੀਕ ਹੈ, 1980 ਦੇ ਵਿੱਚ IBM ਇੰਟਰੋਡਿਊਸ PC, ਮਾਈਕਰੋਸਾਫਟ ਲਾਇਸੈਂਸ। ਹੁਣ ਉਸ ਟਾਈਮ ਤੇ 1980 ਦੇ ਵਿੱਚ ਜਨਰੇਸ਼ਨ 4 ਦੇ ਅੰਦਰ ਮਾਈਕਰੋਸਾਫਟ ਨੇ DOS ਆਪਰੇਟਿੰਗ ਸਿਸਟਮ, ਸਭ ਤੋਂ ਪਹਿਲਾ ਆਪਰੇਟਿੰਗ ਸਿਸਟਮ ਜਿਹੜਾ ਬਣਿਆ ਉਹ DOS ਸੀਗਾ। DOS ਦਾ ਮਤਲਬ ਡਿਸਕ ਆਪਰੇਟਿੰਗ ਸਿਸਟਮ। ਠੀਕ ਹੈ, ਇਹ ਆਪਰੇਟਿੰਗ ਸਿਸਟਮ ਕਮਾਂਡ ਬੇਸਡ ਸੀ। ਠੀਕ ਹੈ, ਇਹਦੇ ਵਿੱਚ ਕਮਾਂਡਸ ਦਿੰਦੇ ਸੀ, ਜਿੱਦਾਂ ਕਿ ਕੋਈ ਫਾਈਲ ਬਣਾਉਣੀ ਹੈ ਤੇ ਫਾਈਲ ਬਣਾਉਣ ਦੇ ਲਈ ਕਮਾਂਡ ਹੈ ਕਾਪੀ ਕੌਨ। ਠੀਕ ਹੈ, ਕੋਈ ਫਾਈਲ ਨੂੰ ਡਿਲੀਟ ਕਰਨਾ ਤਾਂ ਉਹਦੇ ਲਈ ਕਮਾਂਡ ਹੈ del, DEL। ਠੀਕ ਹੈ, ਇਦਾਂ ਹੀ ਕਈ 100 ਕਮਾਂਡਸ ਹੈਗੀਆਂ ਜਿਹੜੀਆਂ ਕਿ ਅਲੱਗ-ਅਲੱਗ ਆਪਰੇਸ਼ਨ ਪਰਫਾਰਮ ਕਰਦੀਆਂ ਸਾਡੀ ਫਾਈਲ ਦੇ ਉੱਤੇ। ਸਾਡੇ ਕੰਪਿਊਟਰ ਦੇ ਅੰਦਰ ਕਈ ਤਰ੍ਹਾਂ ਦੇ ਆਪਰੇਸ਼ਨ ਪਰਫਾਰਮ ਕਰ ਸਕਦੇ ਹਾਂ DOS ਦੇ ਵਿੱਚ, ਬਟ ਇਹਦੇ ਵਿੱਚ ਮਾਊਸ ਯੂਜ਼ ਨਹੀਂ ਹੁੰਦਾ, ਇਹਦੇ ਵਿੱਚ ਕੀਬੋਰਡ ਯੂਜ਼ ਹੁੰਦਾ। ਠੀਕ ਹੈ, ਸੋ ਇਹ 1980 ਦੇ ਵਿੱਚ ਮਾਈਕਰੋਸਾਫਟ ਨੇ DOS ਆਪਰੇਟਿੰਗ ਸਿਸਟਮ ਬਣਾਇਆ। ਉਹਦੇ ਬਾਅਦ ਕਹਿੰਦਾ 1984 ਦੇ ਵਿੱਚ ਐਪਲ ਨੇ ਇੱਕ ਆਪਣਾ ਬਣਾਇਆ ਮੈਕਿਨਟੋਸ਼ ਆਪਰੇਟਿੰਗ ਸਿਸਟਮ, ਜਿਹੜਾ ਕਿ ਗ੍ਰਾਫਿਕਲ ਯੂਜ਼ਰ ਇੰਟਰਫੇਸ, GUI, ਇੰਪੋਰਟੈਂਟ, ਗ੍ਰਾਫਿਕਲ ਯੂਜ਼ਰ ਇੰਟਰਫੇਸ, ਜਿਹਦੇ ਵਿੱਚ ਮਾਊਸ ਯੂਜ਼ ਹੋ ਸਕਦਾ, ਜਿਹਦੇ ਵਿੱਚ ਕੋਈ ਫੋਟੋਜ਼ ਜਾਂ ਕੋਈ ਆਈਕਨਸ ਬਣੇ ਹੁੰਦੇ ਆ ਜਿਹਨੂੰ ਅਸੀਂ ਕਲਿੱਕ ਕਰ ਸਕਦੇ ਹਾਂ, ਜਿਹਨੂੰ ਅਸੀਂ ਗ੍ਰਾਫਿਕਲੀ ਰਿਪਰੈਜ਼ੈਂਟ ਕਰ ਸਕਦੇ ਹਾਂ, ਉਹ ਸਾਰੇ ਗ੍ਰਾਫਿਕਲ ਯੂਜ਼ਰ ਇੰਟਰਫੇਸ ਦੇ ਕੈਟਾਗਰੀ ਦੇ ਵਿੱਚ ਆਉਂਦੇ ਆ। ਠੀਕ ਹੈ, ਸੋ ਇਹ ਐਪਲ ਨੇ ਪਹਿਲਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਆਪਰੇਟਿੰਗ ਸਿਸਟਮ ਬਣਾਇਆ, ਮੈਕਿਨਟੋਸ਼। ਠੀਕ ਹੈ, ਸੋ 1985 ਦੇ ਵਿੱਚ ਹੁਣ ਮਾਈਕਰੋਸਾਫਟ ਨੇ ਵਿੰਡੋ ਬਣਾਈ। ਵਿੰਡੋ ਸੋਚੋ ਕਿੰਨੀ ਵੱਡੀ ਇਨਵੈਂਸ਼ਨ ਹੈ। ਠੀਕ ਹੈ, ਵਿੰਡੋ ਆਪਰੇਟਿੰਗ ਸਿਸਟਮ ਹੈ ਜਿਹੜਾ ਕਿ 1985 ਦੇ ਵਿੱਚ ਪਹਿਲੀ ਵਿੰਡੋ 1.0 ਆਈ। ਠੀਕ ਹੈ, ਉਹਦੇ ਬਾਅਦ ਕਈ ਆਈਆਂ, ਫਿਰ 95 ਦੇ ਵਿੱਚ ਆਈ, 2000 ਦੇ ਵਿੱਚ ਆਈ, XP ਆਈ, ਮਿਲੇਨੀਅਮ ਐਡੀਸ਼ਨ ਆਈ। ਠੀਕ ਹੈ, ਹੁਣ ਜਿਹੜੀ ਯੂਜ਼ ਹੋ ਰਹੀ ਹੈ ਵਿੰਡੋ 10, ਵਿੰਡੋ 10 ਤੁਸੀਂ ਯੂਜ਼ ਕਰਦੇ ਹੋ।
ठीक है। सो which views program collection of interacting software object real world entity। सो ਇਹਦੇ ਵਿੱਚ ਕਾਫੀ ਜਿਹੜੇ ਹੈ ਨਵੇਂ ਸੌਫਟਵੇਅਰ ਤਿਆਰ ਹੋਏ, ਨਵੀਆਂ ਲੈਂਗੁਏਜ ਤਿਆਰ ਹੋਈਆਂ ਜਿਹੜੀਆਂ ਰੀਅਲ ਵਰਲਡ ਦੇ ਵਿੱਚ ਕੰਮ ਕਰ ਸਕਦੀਆਂ ਸੀ, ਜਿੱਦਾਂ ਕਿ C++, ਜਾਵਾ। C++ ਜਿਹੜੀ ਸੀ ਉਹ ਬਾਜ਼ਾਰ ਨੇ ਸਟਾਰਟਅਪ ਨੇ 1985 ਦੇ ਵਿੱਚ ਬਣਾਈ, ਜਨਰੇਸ਼ਨ 4 ਦੇ ਵਿੱਚ। ਜਾਵਾ ਜਿਹੜੀ ਹੈ ਉਹ 1995 ਦੇ ਵਿੱਚ ਬਣਾਈ सन ਮਾਈਕਰੋਸਿਸਟਮ ਨੇ। ठीक है, ये दोनों लैंग्वेज ने पूरा कंप्यूटर ਨੂੰ चेंज करता। जिन्नियां भी अजकल ਅਸੀਂ गेम्स खेलते हैं, ठीक है, चैस गेम खेलते हैं ऑनलाइन, जिन्नियां भी गेम्स ਆਪਾਂ खेलते हैं ਸਾਰੀਆਂ ਜਾਵਾ ਦੇ ਵਿੱਚ ਬਣਦੀਆਂ। ठीक है, सो ये ऑब्जेक्ट ओरिएंटेड प्रोग्रामिंग यूज होने लगी जनरेशन 4 ਦੇ ਵਿੱਚ, और ग्राफिकल यूजर इंटरफेस यूज होने लगा। ठीक है, ਉਹਦੇ ਬਾਅਦ कुछ एडवांटेज ਇਹਦੀਆਂ, मोर पावरफुल एंड रिलायबल, स्मॉल इन साइज, फास्ट प्रोसेसिंग पावर with less power consumption। ਇਹਦੇ ਵਿੱਚ ਘੱਟ ਸਾਨੂੰ એનર્ਜੀ ਚਾਹੀਦੀ ਹੈ, ਘੱਟ ਇਲੈਕਟ੍ਰਿਸਿਟੀ ਚਾਹੀਦੀ ਚਲਾਉਣ ਦੇ ਲਈ। ਸਾਈਜ਼ ਛੋਟਾ ਹੋ ਗਿਆ ਇਸ ਕੰਪਿਊਟਰ ਦਾ। ਇਹਨੂੰ ਫੈਨ ਲੱਗੇ ਹੋਏ ਆ ਜਿਹਦੇ ਨਾਲ ਹੀਟ ਜਿਹੜੀ ਹੈ ਡਿਸਚਾਰਜ ਹੋ ਜਾਂਦੀ ਹੈ। नो एयर कंडीशन रिक्वायर्ड, एयर कंडीशन की पूरी जरूरत नहीं है। ठीक है, जनरल परपज के लिए यूज होने लगा, आम हॉस्पिटलों स्कूलों हर जगह तेन यूज करना शुरू करता। कमर्शियल प्रोडक्शन हो गई, लैस नीड ऑफ रिपेयर, घट रिपेयर कराने के चांस है। ठीक है, सो डिसएडवांटेज यही है कि माइक्रो प्रोसैसर जो लेटेस्ट टेक्नोलॉजी है, ठीक है, और इनू थोड़ा समझ के नाल ही ये प्रोग्रामिंग स्पैशली कोई होएगा मास्टर तो वही उन्हें तैयार कर सकता। ठीक है, नैक्सट लास्ट जनरेशन की गल करिए 2010 के 5th जनरेशन जी कि आर्टिफिशियल इंटैलीजेंसी की गल करते हैं। ठीक है, आर्टिफिशियल इंटैलीजेंसी मतलब साडी जिहड़ी मशीन है वो एक आर्टिफिशियल, मतलब जिद्दां मान लो कोई डॉक्टर है, ठीक है, डॉक्टर अपनी फील्ड के विच माहिर है, मास्टर है। ठीक है, हुण एक मशीन है उन्होंने असीं डॉक्टर किद्दां बना सकते हैं, उन्होंने असीं तां ही मास्टर, उन्होंने असीं तां ही डॉक्टर बना सकते हैं जदों उहदे विच कोई प्रोग्रामिंग असीं पा दईए। ठीक है, उन्होंने आर्टिफिशियली इंटैलीजेंट कर दईए। ठीक है, आर्टिफिशियली इंटैलीजेंट करके उसके अंदर अलग अलग फील्ड पा दी है कंप्यूटर के अंदर। ठीक है, वो एक डॉक्टर का काम भी करेगा, वो एक साइंटिस्ट का काम भी करेगा, वो एक कोरोना एडवाइजर का काम भी करेगा। ठीक है, जिदा कि कोविड-19 जी अपनी पंजाब सरकार ने बनाई है साइट, वो एक आर्टिफिशियल इंटैलीजेंसी के नाल बनाई है। जिन्नियां भी एप्स तुसीं WhatsApp वगैरह जिन्नियां देखते हो वो सारियां की है, आर्टिफिशियल इंटैलीजेंसी है। ठीक है, ਉਹਦੇ ਵਿੱਚ ਹੁਣ आर्टिफिशियल इंटैलीजेंसी 5th जनरेशन यूज हो रही है। ठीक है, सो ਇਹਦੇ ਵਿੱਚ ये सारिया जनरेशन यूज हुई जिदा कि रोबोट्स बने। ठीक है, इंटैलीजेंसी अं गल करिए रोबोट्स जोड़े अजकल काम करते पे। ठीक है, जिन्नियां खतरनाक जगह जिदा कि वॉर के टाइम से, लड़ाई के टाइम से, या हुण भी असीं देखते हैं कि कोरोना के जोड़े हॉस्पिटल्स है वो कई देशों के रोबोट्स काम कर रहे हैं, उन्होंने दवाई मेडिसिन दे रहे हैं, उन्होंने फूड्स दे रहे हैं। ठीक है, उन्होंने एडवाइस कर रहे हैं, उन्होंने हेल्प कर रहे हैं पेशेंट्स की, वो सारे यूजिंग आर्टिफिशियल इंटैलीजेंसी के नाल हो रहे हैं। ठीक है, सो आर्टिफिशियल इंटैलीजेंसी इज ए रियलिटी मेड पॉसिबल बाय यूजिंग पैरेलल प्रोसेसिंग एंड सुपर कंडक्टर। लीनिंग टू द फ्यूचर कंप्यूटर विल बी रेडिकली ट्रांसफॉर्म अगेन बाय क्वांटम कंप्यूटेशन और मॉलिक्यूलर एंड नैनो टेक्नोलॉजी। जी अज की टेक्नोलॉजी है मॉलिक्यूलर टेक्नोलॉजी, नैनो टेक्नोलॉजी, वो सारी किहदे बेस्ड है, आर्टिफिशियल इंटैलीजेंसी। हुण साडी मशीन नूं की होना पैना, इंसान दे बाग अलग अलग फील्ड दे विच माहिर होना पैना। ठीक है, उन्होंने माहिर करने के लिए सानूं की करना पैना, उन्होंने आर्टिफिशियली इंटैलीजेंट करना पैना। सो आर्टिफिशियली इंटैलीजेंट करने के लिए कंप्यूटर के विच सब तो बेस्ट लैंग्वेज अजकल चलती थी प्रोलोग। याद रखियो, प्रोलोग लैंग्वेज जी है आर्टिफिशियली इंटैलीजेंट करने के लिए, वो आप प्रोग्रामिंग बनाते हैं लाइक इंग्लिश लैंग्वेज के। ठीक है, अलग अलग क्वेश्चन उसके अंदर पुट कर देंगे कंप्यूटर के प्रोग्रामिंग के थ्रू असीं पुट कर देंगे अलग अलग क्वेश्चन। ठीक है, उन्होंने पुट करके असीं कंप्यूटर नूं वधिया बना देंगे। ठीक है, सो ये मोर रिलायबल है, फोर्थ जनरेशन, वर्क फास्टर, बहुत तेज काम करता, ईजिली पोर्टेबल, एक जगह तो दूसरी जगह पे जा सकता, डिफरेंट साइज। ठीक है, डिफरेंट फीचर्स है, डिफरेंट अफोर्डेबल प्राइसेस। ठीक है, ये नहीं है कि सानूं लाखां रुपए खरीदने पैणगे। ठीक है, ये 20,000 का कंप्यूटर भी लै सकते हो, तुसीं 10,000 का अपना मोबाइल भी लै सकते हो। ठीक है, कोई मान लो
3000 ਦੇ ਮੋਬਾਈਲ ਦੇ ਵਿੱਚ ਵੀ ਅਸੀਂ ਸਮਾਰਟਫੋਨ ਦੇ ਥਰੂ ਇਸ ਕੰਪਿਊਟਰ ਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ, ਮਤਲਬ ਇਹ ਕੀ ਹੋ ਗਿਆ ਫਿਰ ਡਿਫਰੈਂਟ ਅਫੋਰਡੇਬਲ ਪ੍ਰਾਈਸਿਸ ਦੇ ਵਿੱਚ ਇਹ ਕੰਪਿਊਟਰ ਜਿਹੜਾ ਯੂਜ਼ ਹੋ ਸਕਦਾ। ਠੀਕ ਹੈ, ਐਕਸਟਰਾ ਹਾਈ ਪ੍ਰੋਸੈਸਿੰਗ ਸਪੀਡ, ਇਹਦੀ ਕੀ ਹੈ ਬੜੀ ਜ਼ਿਆਦਾ ਹਾਈ ਸਪੀਡ ਹੈ। ਠੀਕ ਹੈ, ਨੈਨੋ ਸੈਕਿੰਡ ਤੋਂ ਵੀ ਅੱਗੇ ਦੀ ਸਪੀਡ ਹੈ। ਠੀਕ ਹੈ, ਪੈਰਲਲ ਪ੍ਰੋਸੈਸਿੰਗ ਹੁੰਦੀ ਹੈ ਇੱਕ ਟਾਈਮ ਤੇ ਮਲਟੀਪਲ ਕੰਮ ਕਰ ਸਕਦਾ। ਠੀਕ ਹੈ, ਇੱਕ ਟਾਈਮ ਤੇ ਗਾਣੇ ਵੀ ਸੁਣਦੇ ਪਿਓ, ਇੱਕ ਟਾਈਮ ਤੇ ਤੁਸੀਂ ਪ੍ਰੋਗਰਾਮਿੰਗ ਵੀ ਕਰਦੇ ਪਿਓ। ਠੀਕ ਹੈ, ਇੱਕ ਟਾਈਮ ਤੇ ਤੁਹਾਡਾ ਡਾਟਾ ਸੈਂਡ ਵੀ ਹੋ ਰਿਹਾ। ਠੀਕ ਹੈ, ਇਹ ਪੈਰਲਲ ਪ੍ਰੋਸੈਸਿੰਗ ਹੈ, ਇੱਕੋ ਟਾਈਮ ਤੇ ਸਾਰੇ ਕੰਮ ਹੁੰਦੇ ਪਏ। ਠੀਕ ਹੈ, ਉਹਦੇ ਬਾਅਦ ਵਾਇਰਲੈਸ ਮਤਲਬ ਜਿੱਦਾਂ ਮੈਂ ਤੁਹਾਨੂੰ ਵੀਡੀਓ ਲਗਾ ਰਿਹਾ, ਜ਼ੂਮ ਤੇ ਕਲਾਸ ਲਗਾ ਰਿਹਾ, ਇਹ ਕੀ ਹੈ ਵਾਇਰਲੈਸ ਦੀ ਮੈਂ ਤੁਹਾਨੂੰ ਪੜ੍ਹਾ ਰਿਹਾ, ਐਡਵਾਈਸ ਕਰ ਰਿਹਾ, ਮੈਂ ਕੋਈ ਤਾਰ ਨਹੀਂ ਲਗਾਈ ਹੋਈ। ਠੀਕ ਹੈ, ਮੈਂ ਮੋਬਾਈਲ ਤੋਂ ਤੁਹਾਨੂੰ ਲੈਸਨ ਟੀਚ ਕਰ ਰਿਹਾ। ਠੀਕ ਹੈ, ਇਹਦਾ ਮਤਲਬ ਇਹ ਵਾਇਰਲੈਸ ਹੈ। ਸੋ ਇਹ ਜਿਹੜਾ ਮੈਂ ਮੋਬਾਈਲ ਫੜਿਆ, ਇਹ ਜਿੱਦਾਂ ਮੈਂ ਲੈਪਟਾਪ ਫੜਿਆ, ਇਹ ਸਾਰਾ ਕੀ ਹੈ 5th ਜਨਰੇਸ਼ਨ ਦੇ ਵਿੱਚ ਆਉਂਦਾ ਔਰ ਇਹ ਆਰਟੀਫਿਸ਼ੀਅਲੀ ਇੰਟੈਲੀਜੈਂਟ ਹੈ, ਵੌਇਸ ਨੂੰ ਰਿਕੋਗਨਾਈਜ਼ ਕਰਦਾ ਹੈ। ਠੀਕ ਹੈ, ਮੈਂ ਬੋਲਦਾ ਪਿਆ, ਤੁਸੀਂ ਸੁਣਦੇ ਪਿਓ, ਵੌਇਸ ਨੂੰ ਰਿਕੋਗਨਾਈਜ਼ ਕਰਦਾ ਪਿਆ। ਠੀਕ ਹੈ,